ਹਾਂਜੀ ਵਿਦਿਆਰਥੀਓ, ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਇੱਕ ਸਿਲੇਬਸ ਲੈ ਕੇ ਹਾਜ਼ਰ ਹੋਇਆ ਫਸਟ ਗ੍ਰੇਡ ਦਾ, ਕਿਉਂਕਿ ਮੈਂ ਸੋਚਿਆ ਕਿ ਬੱਚਿਆਂ ਨੂੰ ਕਿਉਂ ਨਾ ਫਸਟ ਗ੍ਰੇਡ ਦੇ ਪਹਿਲਾਂ ਸਿਲੇਬਸ ਤੋਂ ਜਾਣੂ ਕਰਵਾ ਦਿੱਤਾ ਜਾਵੇ। ਜਿਹੜਾ ਸਾਡੇ ਪੰਜਾਬੀ ਸਬਜੈਕਟ ਦਾ ਸਕੂਲ ਲੈਕਚਰਰ ਦਾ ਸਿਲੇਬਸ ਹੈ, ਉਹਦੇ ਸੰਬੰਧੀ ਮੈਂ ਕੁਝ ਮਹੱਤਵਪੂਰਨ ਜਾਣਕਾਰੀ ਤੁਹਾਡੇ ਸਾਹਮਣੇ ਦੇਣੀ ਹੈ। देखो जी, ये ਜਿਹੜਾ ਆਪਾਂ ਨੂੰ ਪਤਾ ਹੀ ਹੈ ਵੀ ਲੈਕਚਰਰ ਦੇ ਦੋ ਪੇਪਰ ਹੁੰਦੇ ਆ, ਇੱਕ ਫਸਟ ਪੇਪਰ ਇੱਕ ਸੈਕੰਡ ਪੇਪਰ। ਫਸਟ ਪੇਪਰ ਜਿਹੜਾ ਹੁੰਦਾ ਹੈ ਉਹ ਜਨਰਲ ਨੌਲੇਜ ਵਾਲਾ, ਆਪਾਂ ਜਿਹਨੂੰ ਕਹਿ ਦਿੰਦੇ ਜੀਕੇ ਵਾਲਾ, ਤੇ ਸੈਕੰਡ ਪੇਪਰ ਹੈ ਜਿਹੜਾ ਉਹ ਸਬਜੈਕਟ ਵਾਲਾ ਹੁੰਦਾ ਹੈ। ਹੁਣ ਸਬਜੈਕਟ ਦੇ ਵਿੱਚ ਕੁਝ ਕੁ ਆਪਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਦੇਖੋ ਜੀ, ਜਿਹੜਾ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਜਿਹੜੇ ਸਾਡੇ ਟੌਪਿਕ ਦੇ ਰੱਖੇ ਆ ਉਹਨਾਂ ਦੇ ਬਾਰੇ ਆਪਾਂ ਵਿਚਾਰ ਕਰਨੀ ਹੈ। ਦੂਸਰਾ, ਇਹ ਟੌਪਿਕ ਆਪਾਂ ਪ੍ਰੋਪਰ ਤਰੀਕੇ ਨਾਲ ਸਹੀ ਇਹਨਾਂ ਦੇ ਜਿਹੜੇ ਤੱਥ ਆ ਉਹ ਆਪਾਂ ਕਿਹੜੀਆਂ ਪੁਸਤਕਾਂ ਤੋਂ ਪ੍ਰਾਪਤ ਕਰਾਂਗੇ, ਇਹ ਵੀ ਆਪਾਂ ਗੱਲ ਕਰਾਂਗੇ ਨਾਲ ਨਾਲ। ਹੁਣ ਪਹਿਲਾਂ ਦੇਖੋ ਜੀ, ਇਹਦਾ ਜਿਹੜਾ ਇਹਦੇ ਵਿੱਚ ਦੇਖੋ, ਆਪਾਂ ਪਹਿਲਾਂ ਇਹਦਾ ਜਿਹੜਾ ਨੰਬਰਾਂ ਦੀ ਬਣਤਰ ਦਿਖਾਈ ਹੋਣੀ ਹੈ ਇੱਥੇ ਵੀ ਕਿਸ ਤਰ੍ਹਾਂ, ਮਤਲਬ ਆ ਦੇਖੋ ਸੀਨੀਅਰ ਸੈਕੰਡਰੀ ਲੈਵਲ ਤੇ ਦੇਖੋ 55 ਕੁਐਸਚਨ 110 ਨੰਬਰਾਂ ਦੇ ਹੋ ਗਏ, ਮਤਲਬ 55%, 1% 2 ਨੰਬਰਾਂ ਦਾ ਨੈਗੇਟਿਵ ਮਾਰਕਿੰਗ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਉਸ ਤੋਂ ਬਾਅਦ ਗ੍ਰੈਜੂਏਸ਼ਨ ਲੈਵਲ ਦੇ BA ਲੈਵਲ ਦੇ 55% ਹੋ ਗਏ, ਉਹਦੇ ਹੋ ਗਏ ਜੀ 110 ਨੰਬਰ। ਤੇ ਉਸ ਤੋਂ ਬਾਅਦ ਆ ਗਿਆ ਜੀ ਪੋਸਟ ਗ੍ਰੈਜੂਏਸ਼ਨ ਦੇ ਵਿੱਚ 10%, ਇਹ ਆ ਗਿਆ ਜੀ 20 ਨੰਬਰ ਮਤਲਬ। ਤੇ ਉਸ ਤੋਂ ਬਾਅਦ ਆ ਦੇਖੋ ਐਜੂਕੇਸ਼ਨ ਸਾਈਕੋਲੋਜੀ, ਪੈਡਾਗੋਜੀ, ਟੀਚਿੰਗ ਲਰਨਿੰਗ ਮਟੀਰੀਅਲ, ਯੂਜ਼ ਆਫ ਕੰਪਿਊਟਰਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਇਨ ਟੀਚਿੰਗ ਐਂਡ ਲਰਨਿੰਗ। ਇਹ 30 ਕੁਐਸਚਨ ਆਉਂਦੇ ਆ ਇਹਦੇ ਵਿੱਚੋਂ, ਤੇ ਮਤਲਬ 60 ਨੰਬਰਾਂ ਦਾ ਪੋਰਸ਼ਨ ਇਹ ਅਲੱਗ ਤੋਂ ਹੈ। ਟੋਟਲ ਹੋ ਗਏ ਜੀ 150 ਕੁਐਸਚਨ, 300 ਨੰਬਰਾਂ ਦਾ ਪੇਪਰ ਹੁੰਦਾ ਹੈ। ਤੇ ਇਹਦੇ ਵਿੱਚ ਦੇਖੋ ਗੱਲ ਧਿਆਨ ਰੱਖਣ ਯੋਗ ਹੈ, ਜਿਹੜੀਆਂ ਕੁਝ ਗੱਲਾਂ ਉਹ ਆਪਾਂ ਇੱਥੇ ਵੀ ਕਰਾਂਗੇ, ਕਿਉਂਕਿ ਪਿਛਲੀ ਵਾਰ ਜੋ ਲੈਕਚਰਰ ਦਾ ਪੇਪਰ ਆਇਆ ਸੀ ਪੰਜਾਬੀ ਵਾਲਾ, ਤੇ ਉਹਦੇ ਵਿੱਚ ਆਹ ਕੁਛ ਵੰਡ ਤਾਂ ਦੇਖੋ, ਇਸ ਵੰਡ ਨੂੰ ਤਾਂ ਦਰਕਿਨਾਰ ਹੀ ਕੀਤਾ ਗਿਆ ਸੀ, ਲਗਭਗ ਇੱਕ ਕਿਨਾਰੇ ਲਾ ਦਿੱਤਾ ਗਿਆ ਸੀ, ਕਿਉਂਕਿ ਪੇਪਰ ਦਾ ਲੈਵਲ ਹੈ ਜਿਹੜਾ ਉਹ ਥੋੜਾ ਜਿਹਾ ਤੁਸੀਂ ਕਹਿ ਸਕਦੇ ਹੋ ਹਾਰਡ ਸੀ, ਕਿਉਂਕਿ ਮੈਂ ਆਪ ਉਹ ਕੰਪੀਟੀਸ਼ਨ ਫਾਈਟ ਕੀਤਾ ਸੀ। ਤੇ ਉਹ ਫਿਰ ਹੁਣ ਆਪਾਂ ਦੇਖਦੇ ਹਾਂ ਜੀ, ਕਿਉਂਕਿ ਕੰਪੀਟੀਸ਼ਨ ਫਾਈਟ ਕਰਕੇ ਦੇਖ ਲਿਆ, ਹੁਣ ਉਸ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਹੋਏ ਆ, ਇਸ ਕਰਕੇ ਹੁਣ ਵਿਦਿਆਰਥੀਆਂ ਨੂੰ ਵੀ ਕੁਝ ਉਸੇ ਤਰ੍ਹਾਂ ਦਾ ਹੀ ਦੱਸਾਂਗੇ। ਜੋ ਮੇਰਾ ਆਪਣਾ ਐਕਸਪੀਰੀਅੰਸ ਆ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਹੁਣ ਦੇਖੋ ਜੀ, ਪਹਿਲਾ ਤਾਂ ਭਾਗ ਪਹਿਲਾ ਸੀਨੀਅਰ ਸੈਕੰਡਰੀ ਪੱਧਰ ਤੇ ਆਪਾਂ ਨੂੰ ਪਤਾ ਹੈ ਵੀ ਆਪਾਂ ਜਦੋਂ ਉਹ ਨੰਬਰਾਂ ਦੀ ਵੰਡ ਦੇਖੀ ਸੀਗੀ, ਤੇ ਉਹਦੇ ਵਿੱਚ ਜੀ 55% ਆਉਣਗੇ ਜੀ, ਕਹਿੰਦੇ ਜੀ 110 ਨੰਬਰਾਂ ਦੇ। ਇਹ RPSC ਵਾਲੇ ਕਹਿੰਦੇ ਆ। ਹੁਣ ਇਹ ਦੇਖੋ, ਇਹਦੇ ਵਿੱਚੋਂ ਇੱਕ ਤਾਂ ਇਹਨਾਂ ਨੇ ਪਹਿਲਾਂ ਦੇ ਰੱਖਿਆ ਜੀ, ਅਣਡਿੱਠਾ ਪਹਿਰਾ ਆਊਗਾ ਕਾਵਿ ਦੇ ਉੱਪਰ ਆਧਾਰਿਤ ਗਿਆਨ ਅਰਥ ਤੇ ਭਾਵ ਮੂਲਕ ਪ੍ਰਸ਼ਨ, ਤੇ ਅਣਡਿੱਠੇ ਪਹਿਰੇ 'ਚ ਵਾਰਤਕ ਅੰਸ਼ ਉੱਪਰ ਆਧਾਰਿਤ ਸਿਰਲੇਖ ਵਿਸ਼ਾ ਵਸਤੂ ਬੋਧ ਅਤੇ ਸ਼ਬਦਾਰਥ ਸੰਬੰਧੀ ਪ੍ਰਸ਼ਨ। ਹੁਣ ਤੁਸੀਂ ਇਸ ਤਰ੍ਹਾਂ ਕਰਿਓ, ਲੈਕਚਰਰ ਜਿਹੜਾ ਪਿਛਲੀ ਵਾਰ ਪੇਪਰ ਹੋਇਆ ਸੀ ਪੰਜਾਬੀ ਵਾਲਾ, ਉਹਦੇ 'ਚ ਦੇਖ ਲਿਓ ਵੀ ਕੋਈ ਐਵੇਂ ਦੇ ਪਹਿਰੇ ਆਏ ਸੀ ਕਿ ਨਹੀਂ। ਸੋ ਇਹ ਤੁਸੀਂ ਮਾੜਾ ਜਿਹਾ ਇੱਕ ਵਾਰੀ ਇਸ ਨੂੰ ਦੇਖ ਲਿਓ। ਤੇ ਅਗਰ ਮੰਨ ਲਓ ਕਿਸੇ ਨੇ ਇਸ ਚੀਜ਼ ਦੀ ਪ੍ਰੈਕਟਿਸ ਕਰਨੀ ਆ ਤਾਂ ਬਹੁਤ ਸਾਰੀਆਂ ਪੁਸਤਕਾਂ ਇਸ ਤਰ੍ਹਾਂ ਦੀਆਂ ਜਿਹਦੇ ਵਿੱਚ ਪਹਿਰੇ ਦਿੱਤੇ ਹੁੰਦੇ ਆ। ਆਪਾਂ ਵਿਆਕਰਣ ਲਿਆਉਂਦੇ ਆ ਨਾ, ਕਈ ਜਿਵੇਂ ਵਿਆਕਰਣ ਆਪਣੇ ਸਕੂਲਾਂ ਦੇ ਵਿੱਚ ਲੱਗੇ ਹੁੰਦੇ ਆ, ਉਹਨਾਂ ਵਿਆਕਰਣਾਂ ਦੇ ਲਾਸਟ ਜੇ ਦੇ ਵਿੱਚ ਇਸ ਤਰ੍ਹਾਂ ਦੇ ਟੌਪਿਕ ਦਿੱਤੇ ਹੁੰਦੇ ਆ, ਜਿਹਦੇ ਵਿੱਚ ਅਣਡਿੱਠੇ ਪਹਿਰੇ ਦਿੱਤੇ ਹੁੰਦੇ ਆ, ਕਵਿਤਾ ਸੰਬੰਧੀ ਵੀ ਦਿੱਤੇ ਹੁੰਦੇ ਆ ਤੇ ਵਾਰਤਕ ਸੰਬੰਧੀ ਵੀ ਦਿੱਤੇ ਹੁੰਦੇ ਆ। ਅਗਰ ਤੁਸੀਂ ਚਾਹੋ ਤਾਂ ਉਹਨਾਂ ਤੋਂ ਪ੍ਰੈਕਟਿਸ ਕਰ ਸਕਦੇ ਹੋ। ਹੁਣ ਅੱਗੇ ਦੇਖੋ ਜੀ, ਵਿਆਕਰਣ ਸੰਬੰਧੀ ਹੈ ਜਿਹੜਾ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ। ਇੱਕ ਤਾਂ ਕਰਨੀ ਆਪਾਂ ਭਾਸ਼ਾ ਦੀ ਵਿਆਖਿਆ, ਤੇ ਇੱਕ ਆਪਾਂ ਕਰਨੀ ਹੈ ਜੀ ਪੰਜਾਬੀ ਭਾਸ਼ਾ ਦੀ ਵਿਆਖਿਆ। ਇੱਕ ਤਾਂ ਭਾਸ਼ਾ ਦੀ ਗੱਲ ਕੀਤੀ ਆ ਉਹਨੇ, ਇੱਕ ਉਹਨੇ ਕਿਹਾ ਆ ਪੰਜਾਬੀ ਭਾਸ਼ਾ ਦੀ। ਦੋਨਾਂ ਦੀਆਂ ਅਲੱਗ-ਅਲੱਗ ਵਿਸ਼ੇਸ਼ਤਾਵਾਂ ਦੱਸਣੀਆਂ ਹਨ। ਇਹ ਤੁਸੀਂ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਣਾ ਹੈ। ਜਿਹੜੀਆਂ ਮਤਲਬ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ, ਉਹ ਕਿਸੇ ਵੀ ਕਾਮਨ ਭਾਸ਼ਾ ਤੇ ਮਤਲਬ ਉਹ ਜਿਹੜੀਆਂ ਆਪਾਂ ਵਿਸ਼ੇਸ਼ਤਾਵਾਂ ਨੂੰ ਆਪਾਂ
ਕਿਸੇ ਵੀ ਕਾਮਨ ਭਾਸ਼ਾ ਤੇ ਲਾਗੂ ਕਰ ਸਕਦੇ ਹਾਂ। ਸੋ ਇਹ ਥੋੜਾ ਜਿਹਾ ਤੁਸੀਂ ਦੇਖ ਲਿਓ, ਇੱਕ ਵਾਰੀ ਪਹਿਲਾਂ ਦੇਖ ਲਓ ਇਸ ਨੂੰ, ਫਿਰ ਮੈਂ ਦੱਸਦਾ ਕਿ ਇਹ ਜਿਹੜਾ ਪੂਰਾ ਪੋਰਸ਼ਨ ਇੱਥੋਂ ਤੱਕ ਹੈ ਜਿਹੜਾ ਵਿਸ਼ਰਾਮ ਚਿੰਨ੍ਹਾਂ ਤੱਕ 1 ਤੋਂ ਲੈ ਕੇ 7 ਤੱਕ ਇਹ ਜਿਹੜੀ ਨੰਬਰਿੰਗ ਦਿੱਤੀ ਹੋਈ ਹੈ, ਇਹਦੇ ਵਿੱਚ ਆ ਜਿਹੜੇ ਦਿੱਤੇ ਹੋਏ ਆ ਜਿੰਨੇ ਵੀ ਟੌਪਿਕ, ਇਹ ਤੁਸੀਂ ਪੜ੍ਹਨੇ ਕਿੱਥੋਂ ਆ, ਸ਼ਾਨਦਾਰ ਤਰੀਕੇ ਨਾਲ ਕਿੱਥੋਂ ਕਲੀਅਰ ਹੋਣਗੇ, ਇਹ ਮੈਂ ਤੁਹਾਨੂੰ ਦੱਸਦਾ। ਇੱਕ ਵਾਰੀ ਸੁਣ ਲਓ ਵੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ। ਮਤਲਬ ਕੀ ਹੈ ਵੀ ਭਾਸ਼ਾ ਦੀਆਂ ਵੀ ਵਿਸ਼ੇਸ਼ਤਾਵਾਂ ਦੱਸਣੀਆਂ ਹਨ ਤੇ ਪੰਜਾਬੀ ਭਾਸ਼ਾ ਦੀਆਂ ਵੀ ਵਿਸ਼ੇਸ਼ਤਾਵਾਂ ਦੱਸਣੀਆਂ ਹਨ। ਪੰਜਾਬੀ ਦੀਆਂ ਉਪਭਾਸ਼ਾਵਾਂ ਜਿਵੇਂ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ, ਇਹਨਾਂ ਦੇ ਖੇਤਰ ਅਤੇ ਪ੍ਰਮੁੱਖ ਵਿਸ਼ੇਸ਼ਤਾਵਾਂ, ਇਹਨਾਂ ਦੇ ਬਾਰੇ ਵੀ ਕਿਹੜੀ ਦੇ ਮਤਲਬ ਇਹਨਾਂ ਦੀ ਬੋਲਚਾਲ ਦੇ ਵਿੱਚ ਕੁਝ ਕੁ ਸ਼ਬਦਾਵਲੀ ਹੈ ਜਿਹੜੀ ਵੱਖਰੀ ਹੈ, ਕੁਝ ਕੁ ਵਿਸ਼ੇਸ਼ਤਾਵਾਂ ਜਿਵੇਂ ਇਹ ਜਿਹੜੀਆਂ ਹੈਗੀਆਂ ਹਰ ਇੱਕ ਜਿਹੜੀ ਪੰਜਾਬੀ ਦੀ ਉਪਭਾਸ਼ਾ ਇਹਦੀ ਆਪਣੀ ਆਪਣੀ ਇੱਕ ਵੱਖਰੀ ਵਿਸ਼ੇਸ਼ਤਾ, ਆਪਣਾ ਇੱਕ ਵੱਖਰਾ ਖੇਤਰ ਏਰੀਆ ਹੈ, ਉਹਦੇ ਅਨੁਸਾਰ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਹੈ ਜੀ ਧੁਨੀ ਬੋਧ। ਧੁਨੀ ਦੇ ਵਿੱਚ ਧੁਨੀਆਂ ਆ ਜਾਣਗੀਆਂ, ਪੰਜਾਬੀ ਧੁਨੀਆਂ, ਸਵਰ ਅਤੇ ਵਿਅੰਜਨ। ਇਸ ਨੂੰ ਇੰਨੇ ਸਧਾਰਨ ਕਿਸਮ ਦੇ ਵਿੱਚ ਨਾ ਸਮਝੋ, ਕਿਉਂਕਿ ਲੈਕਚਰਰ ਦੇ ਪੇਪਰ ਵਿੱਚ ਇਹਦੇ ਵਿੱਚ ਥੋੜੇ ਜਿਹੇ ਹਾਰਡ ਕੁਐਸਚਨ ਆਉਂਦੇ ਆ, ਇਹ ਵੀ ਦੇਖਾਂਗੇ ਆਪਾਂ ਕਿਵੇਂ। ਲਿਪੀ ਬੋਧ ਦੇ ਵਿੱਚ ਗੁਰਮੁਖੀ ਲਿਪੀ, ਵਰਣਮਾਲਾ, ਅੱਖਰ ਤੇ ਲਗਾਖਰ, ਦੋ ਤੱਖਰ। ਉਸ ਤੋਂ ਬਾਅਦ ਜੀ ਵਾਕ ਬੋਧ, ਉਦੇਸ਼ ਅਤੇ ਵਿਧੇਯ, ਵਾਕ ਸੰਰਚਨਾ, ਵਾਕਾਂ ਦੇ ਪ੍ਰਕਾਰ ਜਾਂ ਸ਼੍ਰੇਣੀਆਂ, ਜਿਵੇਂ ਆਪਾਂ ਅਲੱਗ-ਅਲੱਗ ਹੁੰਦੀਆਂ ਕਾਰਜ ਦੇ ਆਧਾਰ ਤੇ, ਭਾਵਾਂ ਦੇ ਆਧਾਰ ਤੇ, ਇਹ ਜਿਹੜੀਆਂ ਮਤਲਬ ਹੁੰਦੀਆਂ ਇਹ ਵਾਕ ਦੀਆਂ ਸ਼੍ਰੇਣੀਆਂ ਜਿਹੜੀਆਂ ਅਲੱਗ-ਅਲੱਗ, ਇਹਨਾਂ ਦੀ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਅਖਾਣ ਤੇ ਮੁਹਾਵਰੇ ਅਤੇ ਵਿਸ਼ਰਾਮ ਚਿੰਨ੍ਹ, ਇਹ ਹੋ ਗਏ ਜੀ। ਅੱਛਾ, ਹੁਣ ਇੰਨਾ ਪੋਰਸ਼ਨ ਹੈ, ਦੇਖੋ ਇੰਨੇ ਪੋਰਸ਼ਨ ਦੇ ਵਿੱਚੋਂ ਇਹਦੇ ਵਿੱਚੋਂ ਤਾਂ ਇੱਕ ਪ੍ਰਸ਼ਨ ਆਉਣਾ ਲਾਜ਼ਮੀ ਹੁੰਦਾ ਹੈ, ਭਾਸ਼ਾ ਤੇ ਪੰਜਾਬੀ ਭਾਸ਼ਾ ਦੇ ਵਿੱਚੋਂ ਵੀ ਲਾਜ਼ਮੀ ਹੈ। ਧੁਨੀ ਬੋਧ ਦਾ ਪ੍ਰਸ਼ਨ ਇੰਨਾ ਆਸਾਨ ਨਹੀਂ ਆਉਂਦਾ ਜਿੰਨਾ ਇਹਦੇ ਵਿੱਚ ਸ਼ਬਦਾਵਲੀ ਲਿਖ ਰੱਖੀ ਹੈ ਵੀ ਧੁਨੀ, ਪੰਜਾਬੀ ਧੁਨੀਆਂ, ਸਵਰ ਤੇ ਵਿਅੰਜਨ, ਜਿਵੇਂ ਰੀਟ ਲੈਵਲ ਤੇ ਆਉਂਦਾ ਨਾ ਪ੍ਰਸ਼ਨ, ਉਹਨਾਂ ਆਸਾਨ ਨਹੀਂ ਆਉਂਦਾ। ਸ਼ਬਦਾਵਲੀ ਕਠਿਨ ਹੋ ਜਾਂਦੀ ਆ, ਜਿਵੇਂ ਧੁਨੀਮ ਸ਼ਬਦ ਆ ਜਾਂਦੇ ਆ, ਕਿਤੇ ਕੋਈ ਸ਼ਬਦ ਆ ਗਿਆ। ਸੋ ਇਹ ਥੋੜਾ ਜਿਹਾ ਅੱਗੇ ਜਾ ਕੇ ਇਹ ਦੱਸਦਾ ਤੁਹਾਨੂੰ ਵੀ ਇਹ ਚੀਜ਼ਾਂ ਤੁਸੀਂ ਕਿੱਥੋਂ ਤਿਆਰ ਕਰਨੀ ਹੈ ਇਹਨਾਂ ਪੋਰਸ਼ਨ। ਉਸ ਤੋਂ ਬਾਅਦ ਹੈ ਜੀ ਵਾਕ ਬੋਧ ਦੇ ਵਿੱਚੋਂ ਵੀ ਪ੍ਰਸ਼ਨ ਆਉਂਦਾ ਹੀ ਹੁੰਦਾ ਜੀ, ਸ਼ੋਰ ਪੱਕਾ ਹੀ ਹੈ। ਸੋ ਇਹ ਕੁਝ ਕੁ ਪ੍ਰਸ਼ਨ ਆਪਾਂ ਦੇਖੋ ਅੱਗੇ ਗੱਲ ਕਰਦੇ ਹਾਂ ਵੀ ਇਹਦੇ ਵਿੱਚੋਂ ਹੁਣ ਇੱਥੇ ਲਿਖਤਾ ਮਾਧਿਅਮਿਕ ਸਿੱਖਿਆ ਬੋਰਡ ਅਜਮੇਰ ਦੁਆਰਾ ਜਮਾਤ 11ਵੀਂ ਅਤੇ 12ਵੀਂ ਲਈ ਨਿਰਧਾਰਿਤ ਮੌਜੂਦਾ ਪਾਠਕ੍ਰਮ ਵਿੱਚ ਸ਼ਾਮਲ ਪਾਠ ਪੁਸਤਕਾਂ ਉੱਪਰ ਆਧਾਰਿਤ ਜਾਣਕਾਰੀ ਭਰਪੂਰ ਪ੍ਰਸ਼ਨ। ਇਹ ਜਿਹੜਾ ਇਹ ਹੈਗਾ ਜੀ ਉਸ ਤੋਂ ਬਾਅਦ ਵਾਲਾ ਟੌਪਿਕ ਹੈ, ਇੱਕ ਮੇਨ ਟੌਪਿਕ। ਇਹਦੇ ਵਿੱਚ ਦੇਖੋ ਇਹ ਜਿਹੜਾ ਇੰਨਾ ਪੋਰਸ਼ਨ ਹੈ ਇਸ ਨੂੰ ਤੁਸੀਂ ਇੰਨਾ ਆਸਾਨ ਨਹੀਂ ਸਮਝਣਾ ਹੈ। ਇਹਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਬੁੱਕ ਲਿਖਾਈ ਸੀ, ਤੁਹਾਨੂੰ ਕਿਤਾਬਾਂ ਮੈਂ ਲਿਖਵਾਈਆਂ ਸੀਗੀਆਂ, ਉਹਦੇ ਵਿੱਚੋਂ ਇੱਕ ਬੁੱਕ ਤਾਂ ਇਹਦੇ ਵਿੱਚੋਂ ਹੈਗੀ ਆ ਜਿਹੜੀ ਜਿਹਦਾ ਨਾਮ ਹੈ, ਅੱਛਾ ਬੁੱਕ ਦਾ ਨਾਮ ਮੈਂ ਇੱਥੇ ਲਿਖ ਦਿੰਦਾ, ਬੁੱਕ ਦਾ ਨਾਮ ਹੈ ਜੀ ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ। ਇੱਕੋ ਹੀ ਆ ਨਾਮ ਇਹਦਾ, ਇਹ ਮਤਲਬ ਕਿਤਾਬ ਇੱਕ ਹੀ ਹੈ, ਇਹਦਾ ਨਾਮ ਐਡਾ ਲੈਂਥੀ ਹੈ। ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ, ਗੁਰਮੁਖੀ ਲਿਪੀ। ਹੁਣ ਇਹ ਹੈ ਜਿਹੜੀ ਇਸ ਪੁਸਤਕ ਦਾ ਰਾਈਟਰ ਹੈ ਬ੍ਰਹਮ ਜਗਦੀਸ਼ ਸਿੰਘ। ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ, ਬ੍ਰਹਮ ਜਗਦੀਸ਼ ਸਿੰਘ, ਸ਼ਹਿਰੀ ਸਿੰਘ। ਤੇ ਇਹ ਹੈ ਜਿਹੜੀ ਇਹਦੇ ਵਿੱਚੋਂ ਪੋਰਸ਼ਨ ਇਹ ਬਹੁਤ ਸ਼ਾਨਦਾਰ ਤਰੀਕੇ ਨਾਲ ਕਲੀਅਰ ਹੁੰਦਾ ਹੈ। ਭਾਸ਼ਾ ਵਿਗਿਆਨ ਸੰਬੰਧੀ ਕੋਈ ਵੀ ਮੰਨ ਲਓ ਪ੍ਰਸ਼ਨ ਹੈ ਉਹ ਇਸ ਬੁੱਕ ਦੇ ਵਿੱਚੋਂ ਸ਼ਾਨਦਾਰ ਤਰੀਕੇ ਨਾਲ ਕਲੀਅਰ ਹੁੰਦਾ ਹੈ। ਅਗਰ ਤੁਸੀਂ ਰੈਗੂਲਰ ਐਮਏ ਕਰਦੇ ਹੋ ਤਾਂ ਆਹ ਬੁੱਕ, ਅਗਰ ਤੁਹਾਡੇ ਚੋਂ ਕਿਸੇ ਨੇ ਪੰਜਾਬੀ ਦੇ ਵਿੱਚ ਰੈਗੂਲਰ ਐਮਏ ਕੀਤੀ ਹੈ ਤਾਂ ਉਦੋਂ ਉਸ ਵਿਦਿਆਰਥੀ ਨੇ ਆਹ ਬੁੱਕ ਦਾ ਨਾਮ ਜ਼ਰੂਰ ਸੁਣਿਆ ਹੋਊਗਾ, ਆਹ ਬੁੱਕ ਜ਼ਰੂਰ ਪੜ੍ਹੀ ਹੋਵੇਗੀ। ਇਹ ਬੁੱਕ ਨੂੰ ਕਿਤੇ ਨਾ ਕਿਤੇ ਆਥੈਂਟਿਕ ਮੰਨਿਆ ਗਿਆ ਹੈ, ਕੋਈ ਦੋ ਰਾਏ ਨਹੀਂ। ਇਸ ਪੁਸਤਕ ਦੇ ਵਿੱਚ ਬਹੁਤ ਹੀ ਸ਼ਾਨਦਾਰ ਮੈਟਰ ਦਿੱਤਾ ਹੋਇਆ ਹੈ, ਇਹ ਤੁਸੀਂ ਦੇਖਣਾ ਹੈ। ਅੱਛਾ, ਇੱਕ ਬੁੱਕ ਹੋਰ ਹੈ ਇਹਦੇ ਵਰਗੀ ਹੈ ਇੱਕ ਬੁੱਕ, ਇੱਕ ਹੋਰ ਮਤਲਬ ਕਿਉਂ ਪਤਾ ਕੀ ਹੈ, ਕਈ ਵਾਰੀ ਵਿਦਿਆਰਥੀ ਨੂੰ ਹੁਣ ਇਹਦੇ ਵਿੱਚ ਹੈ ਜਿਹੜਾ
ਇਹਦੇ ਵਿੱਚ ਵਿਆਖਿਆ ਥੋੜੀ ਜੀ ਘੱਟ, ਤੱਥ ਜ਼ਿਆਦਾ ਦਿੱਤੇ ਹੋਏ ਆ ਇਸ ਪੁਸਤਕ ਦੇ ਵਿੱਚ। ਅਗਰ ਕੋਈ ਸਟੂਡੈਂਟ ਚਾਹੁੰਦਾ ਹੈ ਕਿ ਮੈਂ ਭਾਸ਼ਾ ਵਿਗਿਆਨ ਬਾਰੇ, ਭਾਸ਼ਾ ਵਿਗਿਆਨ ਦੇ ਜਿੰਨੇ ਪੋਰਸ਼ਨ ਆ ਉਹਨਾਂ ਦੀ ਮੈਂ ਵਿਆਖਿਆ ਪੜ੍ਹਨੀ ਹੈ ਨਾਲ ਨਾਲ, ਮਤਲਬ ਥੋੜਾ ਜਿਹਾ ਲੈਂਥੀ ਵਿਆਖਿਆ ਹੁੰਦੀ ਹੈ ਨਾ, ਡਿਟੇਲ ਨਾਲ ਪੜ੍ਹਨਾ, ਤਾਂ ਉਹਦੇ ਵਾਸਤੇ ਸਭ ਤੋਂ ਅੱਛੀ ਜਿਹੜੀ ਵਧੀਆ ਪੁਸਤਕ ਹੈ ਉਹ ਹੈਗੀ ਹੈ ਜੀ ਸਿਧਾਂਤਕ ਭਾਸ਼ਾ ਵਿਗਿਆਨ। ਹਾਂਜੀ, ਆਪਾਂ ਜਿਹੜੀ ਪੁਸਤਕ ਹੈ ਨਾ ਉਹ ਆਪਾਂ ਇੱਥੇ ਲਿਖ ਦਿੰਦੇ ਆ। ਇੱਕ ਤਾਂ ਹੈਗੀ ਆ, ਮੈਂ ਤੁਹਾਨੂੰ ਨਾਮ ਦੱਸਿਆ ਜੀ ਦਾ, ਕਿ ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ। ਇੱਕ ਪੁਸਤਕ ਦਾ ਨਾਮ ਤਾਂ ਆ ਦੱਸਿਆ ਤੁਹਾਨੂੰ ਮੈਂ, ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਅਤੇ ਗੁਰਮੁਖੀ ਲਿਪੀ। ਅੱਛਾ, ਇਸ ਪੁਸਤਕ ਦਾ ਜਿਹੜਾ ਰਾਈਟਰ ਹੈ ਉਹ ਹੈ ਜੀ ਬ੍ਰਹਮ ਜਗਦੀਸ਼ ਸਿੰਘ। ਬ੍ਰਹਮ ਜਗਦੀਸ਼ ਸਿੰਘ, ਇਸ ਪੁਸਤਕ ਦਾ ਰਾਈਟਰ ਬ੍ਰਹਮ ਜਗਦੀਸ਼ ਸਿੰਘ। ਇਸ ਪੁਸਤਕ ਦਾ ਰਾਈਟਰ ਬ੍ਰਹਮ ਜਗਦੀਸ਼। ਭਾਸ਼ਾ ਵਿਗਿਆਨ ਸੰਬੰਧੀ ਜਿਹੜੀ ਕਿਤਨੀ ਵੀ ਜਾਣਕਾਰੀ ਹੈ ਉਸ ਤੁਸੀਂ ਇਸ ਬੁੱਕ ਤੋਂ ਪ੍ਰਾਪਤ ਕਰ ਸਕਦੇ ਹੋ, ਤੇ ਇਹਦੇ ਵਿੱਚੋਂ ਬਹੁਤ ਕੁਐਸਚਨ ਪੈਂਦੇ ਵੀ ਹੈ, ਨੋ ਡਾਊਟ। ਇਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਹੋਰ ਹੁਣੇ ਦੱਸਿਆ ਕਿ ਅਗਰ ਤੁਸੀਂ ਕਿਸੇ ਚੀਜ਼ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ, ਉਹਦੇ ਵਾਸਤੇ ਬੁੱਕ ਹੈ ਜਿਹੜੀ, ਉਹਦਾ ਨਾਮ ਹੈ ਜੀ ਸਿਧਾਂਤਕ ਭਾਸ਼ਾ ਵਿਗਿਆਨ। ਸਿਧਾਂਤਕ ਭਾਸ਼ਾ ਵਿਗਿਆਨ। ਇਹਦਾ ਰਾਈਟਰ ਹੈ ਜੀ ਸਾਡੇ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ। ਕੌਣ? ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ, ਇਹ ਹੈ ਜੀ ਇਸ ਦਾ ਰਾਈਟਰ। ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਜਿਹੜਾ ਰਾਈਟਰ ਹੈ ਉਹ ਬ੍ਰਹਮ ਜਗਦੀਸ਼ ਸਿੰਘ। ਸ਼ਹਿਰੀ ਸਿੰਘ ਨਾਮ ਅਕਸਰ ਨਾਲ ਜੋੜਿਆ ਜਾਂਦਾ ਹੈ। ਬ੍ਰਹਮ ਜਗਦੀਸ਼ ਸਿੰਘ ਜੀ ਦੀ ਧਰਮ ਪਤਨੀ ਉਹਨਾਂ ਦੀ ਸ਼ਹਿਰੀ ਸਿੰਘ। ਸਿਧਾਂਤਕ ਭਾਸ਼ਾ ਵਿਗਿਆਨ, ਇਹ ਹੈ ਜੀ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੀ ਪੁਸਤਕ। ਇਹ ਦੋ ਪੁਸਤਕਾਂ ਤੁਸੀਂ ਪੜ੍ਹ ਲਓ, ਚਾਹੇ ਤੁਸੀਂ ਫਸਟ ਗ੍ਰੇਡ ਦੀ ਤਿਆਰੀ ਕਰ ਰਹੇ ਹੋ ਜਾਂ ਸੈਕੰਡ ਗ੍ਰੇਡ ਦੇ। ਕੁਝ ਹੈਗੇ ਇਸ ਤਰ੍ਹਾਂ ਦੇ ਜਿਹੜੇ ਭਾਸ਼ਾ ਵਿਗਿਆਨ ਸੰਬੰਧੀ ਹੈ, ਕੁਝ ਟੌਪਿਕ ਉਹ ਵੀ ਤੁਸੀਂ ਇਸ ਪੁਸਤਕ ਦੇ ਵਿੱਚੋਂ ਖਾਸ ਕਰ ਤੁਸੀਂ ਕਲੀਅਰ ਕਰ ਸਕਦੇ ਹੋ। ਜੇ ਤੁਸੀਂ ਲੈਕਚਰਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਬੈਸਟ ਕੋਈ ਬੁੱਕ ਨਹੀਂ ਹੈ। ਹੋਰ ਤੁਹਾਨੂੰ ਕੋਈ ਵੀ ਐਵੇਂ ਬੁੱਕ ਕਹੀ ਜਾਵੇ ਤਾਂ ਉਸ ਗੱਲ ਦਾ ਕੋਈ ਮਤਲਬ, ਕਿਉਂਕਿ ਦੇਖੋ ਬੁੱਕਸ ਦਾ ਤਾਂ ਕੋਈ ਹੈ ਨਹੀਂਗਾ ਵੀ ਅੰਤ ਨਹੀਂਗਾ ਇਸ ਚੀਜ਼ ਦਾ। ਇਸ ਚੀਜ਼ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦੁਨੀਆ ਭਰ ਦੀਆਂ ਕਿਤਾਬਾਂ ਤੁਸੀਂ ਭਾਸ਼ਾ ਵਿਗਿਆਨ ਤੇ ਇਕੱਠੀਆਂ ਕਰ ਸਕਦੇ ਹੋ। ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਵਿਗਿਆਨ ਤੇ ਬੇਅੰਤ ਰਾਈਟਰ ਆ ਜਿਨ੍ਹਾਂ ਨੇ ਬੁੱਕਸ ਲਿਖੀਆਂ ਹੋਈਆਂ, ਕੋਈ ਦਿੱਕਤ ਨਹੀਂ। ਬਹੁਤ ਸਾਰੇ ਆਲੋਚਕ ਵੀ ਹੋਏ ਆ, ਬਹੁਤ ਸਾਰੇ ਅੱਗੇ ਮਤਲਬ ਐਡੀਟਰ ਵੀ ਹੋਏ ਆ ਜਿਨ੍ਹਾਂ ਨੇ ਕਿਤਾਬਾਂ ਨੂੰ ਮਤਲਬ ਵਧੀਆ ਤਰੀਕੇ ਨਾਲ ਛਾਪੀਆਂ ਹੋਈਆਂ। ਪਰ ਇਸ ਬੁੱਕਸ ਦੇ ਵਿੱਚ ਇਹਨਾਂ ਬੁੱਕਸ ਆ ਜਿਹੜੀਆਂ, ਇਹ ਤੁਹਾਡੇ ਸਾਹਮਣੇ ਮੈਂ ਦੋ ਲਿਖੀਆਂ, ਇਹਨਾਂ ਦੇ ਵਿੱਚੋਂ ਮੈਟਰ ਬਹੁਤ ਸ਼ਾਨਦਾਰ ਤਰੀਕੇ ਨਾਲ ਕਲੀਅਰ ਹੁੰਦਾ। ਸਾਡਾ ਏਮ ਕੀ ਹੈ? ਸਾਡਾ ਏਮ ਹੈਗਾ ਅਸੀਂ ਆਪਣੇ ਏਮ ਨੂੰ ਪ੍ਰਾਪਤ ਕਰਨਾ ਹੈ, ਅਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰਨਾ। ਸਾਡਾ ਟੀਚਾ ਹੈ ਕਿ ਅਸੀਂ ਬਸ ਇੱਕ ਸੀਟ ਪ੍ਰਾਪਤ ਕਰਨੀ ਹੈ ਨਾ। ਨੌਲੇਜ ਆ ਜਿਹੜਾ ਉਹ ਆਪਾਂ ਬਾਅਦ ਵਿੱਚ ਵੀ ਇਕੱਠਾ ਕਰ ਸਕਦੇ ਹਾਂ, ਕਿਉਂਕਿ ਇਹ ਬਾਅਦ ਦੀ ਗੱਲ ਹੈ। ਇਸ ਕਰਕੇ ਇਸ ਤੋਂ ਪਹਿਲਾਂ ਆਪਾਂ ਜਿਹੜਾ ਕੰਮ ਦੀ ਗੱਲ ਆ ਉਹ ਇਹਨਾਂ ਪੁਸਤਕਾਂ ਤੋਂ ਬਾਹਰ ਕਦੇ ਵੀ ਮੈਟਰ ਨਹੀਂ ਜਾਂਦਾ। ਭਾਸ਼ਾ ਵਿਗਿਆਨ ਸੰਬੰਧੀ ਕਦੇ ਵੀ ਗੱਲ ਇਹਨਾਂ ਪੁਸਤਕਾਂ ਤੋਂ ਬਾਹਰ ਨਹੀਂ ਜਾਵੇਗੀ। ਹੁਣ ਆਪਣੇ ਆ ਜਾਓ ਇੱਥੇ, ਇਹਦੇ ਵਿੱਚ ਦੇਖੋ ਤੁਸੀਂ, ਹੁਣ ਦੋ ਪੁਸਤਕਾਂ ਹੋ ਗਈਆਂ। ਇਹਦਾ ਜਿਹੜਾ ਸਾਰਾ ਪੋਰਸ਼ਨ ਹੈ ਇਹ ਦੋ ਪੁਸਤਕਾਂ ਦੇ ਵਿੱਚੋਂ ਤੁਸੀਂ ਉਹਨਾਂ ਦੇ ਵਿੱਚੋਂ ਲੱਭ ਸਕਦੇ ਹੋ। ਅੱਛਾ, ਹੁਣ ਦੇਖੋ ਜੀ ਅੱਗੇ, ਹੁਣ ਇੱਥੇ ਇੱਕ ਹੋਰ ਗੱਲ ਲਿਖੀ ਹੈ ਜੀ, ਮਾਧਿਅਮਿਕ ਸਿੱਖਿਆ ਬੋਰਡ ਅਜਮੇਰ ਦੁਆਰਾ ਜਮਾਤ 11ਵੀਂ ਅਤੇ 12ਵੀਂ ਲਈ ਨਿਰਧਾਰਿਤ ਮੌਜੂਦਾ ਪਾਠਕ੍ਰਮ ਵਿੱਚ ਸ਼ਾਮਲ ਪਾਠ ਪੁਸਤਕਾਂ ਉੱਪਰ ਆਧਾਰਿਤ ਜਾਣਕਾਰੀ ਭਰਪੂਰ ਪ੍ਰਸ਼ਨ। ਇਹਦਾ ਮਤਲਬ ਇਹ ਆ ਵੀ 11ਵੀਂ ਤੇ 12ਵੀਂ ਦੀਆਂ ਕਿਤਾਬਾਂ ਦੇਖੋ, ਮਾਧਿਅਮਿਕ ਸਿੱਖਿਆ ਬੋਰਡ ਅਜਮੇਰ ਦੁਆਰਾ, ਮਾਧਿਅਮਿਕ ਸਿੱਖਿਆ ਬੋਰਡ ਅਜਮੇਰ ਦੁਆਰਾ, ਇਹ ਸਾਡਾ RBSE ਬੋਰਡ ਨੇ ਜੋ ਕਿਤਾਬਾਂ ਨਿਰਧਾਰਿਤ ਕੀਤੀਆਂ ਹਨ। ਵਿਦਿਆਰਥੀ ਮੈਸੇਜ ਜਾਂ ਕਾਲ ਕਰਕੇ ਕਹਿੰਦੇ ਆ ਸਰ ਜੀ NCERT ਦੀ ਬੁੱਕ ਲਈਏ, ਸਰ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੁੱਕ ਲਈਏ,
ਨਹੀਂ ਜੀ, ਬਿਲਕੁਲ ਗਲਤ। ਦੇਖ ਲਓ ਤੁਸੀਂ ਤੁਹਾਡੇ ਸਿਲੇਬਸ ਦੇ ਵਿੱਚ ਕੀ ਲਿਖਿਆ ਹੋਇਆ। RBSE ਬੋਰਡ ਦੇ ਵਿੱਚ ਜਿਹੜੀਆਂ ਸਾਡੇ ਰਾਜਸਥਾਨ ਦੇ ਸਕੂਲਾਂ ਵਿੱਚ, ਚਾਹੇ ਪ੍ਰਾਈਵੇਟ ਸਕੂਲ ਹੈ ਚਾਹੇ ਸਰਕਾਰੀ ਸਕੂਲ ਹੈ, ਉਹਨਾਂ ਸਕੂਲਾਂ ਦੇ ਵਿੱਚ, ਜਿਨ੍ਹਾਂ ਸਕੂਲਾਂ ਦੇ ਵਿੱਚ ਪੰਜਾਬੀ ਲਿਟਰੇਚਰ ਸਬਜੈਕਟ ਹੈ, ਜਿਹੜਾ ਪੰਜਾਬੀ ਸਾਹਿਤ ਸਬਜੈਕਟ ਹੈ, ਜਦੋਂ 11ਵੀਂ 12ਵੀਂ ਦੇ ਵਿੱਚ ਜਿਹੜੀਆਂ ਉਹ ਕਿਤਾਬਾਂ ਲੱਗਦੀਆਂ, ਉਹ ਜਿਹੜੀਆਂ ਕਿਤਾਬਾਂ ਤੁਸੀਂ ਪੜ੍ਹਨੀਆਂ ਨੇ, ਉਹ ਨਿਰਧਾਰਿਤ ਮੌਜੂਦਾ ਪਾਠਕ੍ਰਮ ਆ ਜਿਹੜਾ, ਉਹਦੇ ਵਿੱਚ ਸ਼ਾਮਲ ਪਾਠ ਪੁਸਤਕਾਂ ਉੱਪਰ ਆਧਾਰਿਤ ਜਾਣਕਾਰੀ ਭਰਪੂਰ ਪ੍ਰਸ਼ਨ ਪੁੱਛਣਾ ਕਿੱਥੋਂ ਹੈ ਜੀ? ਕੁਛ ਨਹੀਂ ਦੱਸਿਆ। ਇਹਦਾ ਮਤਲਬ 11ਵੀਂ ਤੇ 12ਵੀਂ ਦੀਆਂ ਕਿਤਾਬਾਂ ਨੂੰ ਬਸ ਛਾੜ ਦਿਓ ਵੀ ਉਹਦੇ ਵਿੱਚੋਂ ਕੋਈ ਵੀ ਟੌਪਿਕ, ਕੋਈ ਵੀ ਪੋਰਸ਼ਨ ਛੱਡਣ ਵਾਲਾ ਨਹੀਂ ਹੈ, ਇਗਨੋਰ ਕਰਨ ਵਾਲਾ ਨਹੀਂ ਹੈ। ਮਤਲਬ ਇਹਨਾਂ ਪੁਸਤਕਾਂ ਦੇ ਵਿੱਚੋਂ ਕਿਤੋਂ ਵੀ ਪ੍ਰਸ਼ਨ ਪੁੱਛ ਸਕਦਾ ਹੈ। ਪੁਸਤਕਾਂ ਜਿਹੜੀਆਂ ਉਹ ਸਾਡੇ ਰਾਜਸਥਾਨ ਦੇ ਸਕੂਲਾਂ 'ਚ ਲੱਗਦੀਆਂ, ਧਿਆਨ ਰੱਖਿਓ। ਆ ਜਾਓ ਜੀ ਭਾਗ ਦੂਜੇ ਤੇ, ਭਾਗ ਦੂਜਾ ਗ੍ਰੈਜੂਏਸ਼ਨ ਲੈਵਲ ਤੇ ਆ ਜਾਓ। ਇੱਕ ਤਾਂ ਪੰਜਾਬੀ ਸਾਹਿਤ ਦਾ ਇਤਿਹਾਸ, ਇਹਦੇ ਵਿੱਚ ਦੇਖ ਲਓ ਥੋੜੀਆਂ ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਤੱਕ। ਜਦੋਂ ਤੁਸੀਂ 9ਵੀਂ 10ਵੀਂ 11ਵੀਂ ਤੇ 12ਵੀਂ, ਮੈਂ ਤੁਹਾਨੂੰ ਵਾਰੀ ਕਹਿੰਦਾ ਹੁੰਦਾ ਵੀ ਇਹ ਕਿਤਾਬਾਂ ਤੁਸੀਂ ਜ਼ਰੂਰ ਪੜ੍ਹਨੀਆਂ। ਕਾਰਨ ਦੇਖ ਲਓ ਕਿਉਂ। ਇੱਕ ਤਾਂ ਪੰਜਾਬੀ ਸਾਹਿਤ ਦਾ ਇਤਿਹਾਸ ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਤੱਕ, ਇਹ ਤੁਸੀਂ ਜਿਹੜਾ ਪੂਰਵ ਨਾਨਕ ਕਾਲ ਤੇ ਮੱਧ ਕਾਲ, ਜਿਹਨੂੰ ਆਪਾਂ ਆਦਿ ਕਾਲ ਤੇ ਮੱਧ ਕਾਲ ਕਹਿੰਦੇ ਹਾਂ, ਪੂਰਵ ਨਾਨਕ ਕਾਲ ਲਿਖਿਆ ਉੱਥੇ, ਮਤਲਬ ਆਦਿ ਕਾਲ ਤੇ ਮੱਧ ਕਾਲ, ਇਹ ਤੁਸੀਂ 11ਵੀਂ ਵਾਲੀ ਪੁਸਤਕ ਦੇ ਵਿੱਚ ਪੜ੍ਹਦੇ ਹੋ। ਤੇ ਆਧੁਨਿਕ ਕਾਲ ਹੈ ਜਿਹੜਾ, ਉਹ ਸਾਰਾ ਜਿਹੜਾ 1850 ਤੋਂ ਬਾਅਦ ਵਾਲਾ ਕਾਲ ਹੈ, ਉਹ ਸਾਰਾ 12ਵੀਂ ਵਾਲੀ ਪੁਸਤਕ ਦੇ ਵਿੱਚ ਦੇ ਰੱਖਿਆ ਹੈ। ਲਾਸਟਲੇ ਪੇਜਾਂ ਤੇ ਇਤਿਹਾਸ ਦਿੱਤਾ ਹੋਇਆ ਪੰਜਾਬੀ ਸਾਹਿਤ ਦਾ। ਇਹ ਤੁਸੀਂ ਜ਼ਰੂਰੀ ਹੈ ਯਾਦ ਕਰਨਾ, ਧਿਆਨ ਰੱਖਣਾ ਇਸ ਚੀਜ਼ ਤੇ। ਉਹ ਉਸ 11ਵੀਂ 12ਵੀਂ ਵਾਲੀਆਂ ਕਿਤਾਬਾਂ ਦੇ ਵਿੱਚੋਂ ਵੀ ਕਰਨਾ ਹੈ। ਉਸ ਤੋਂ ਬਾਅਦ ਹੈ ਜੀ ਨਾਥਾਂ ਜੋਗੀਆਂ ਦਾ ਸਾਹਿਤ ਆ ਗਿਆ। ਜਦੋਂ ਤੁਸੀਂ 11ਵੀਂ ਵਾਲੀ ਪੁਸਤਕ ਪੜ੍ਹੋਗੇ, ਉਹਦੇ ਵਿੱਚ ਨਾਥਾਂ ਜੋਗੀਆਂ ਦਾ ਥੋੜਾ ਜਿਹਾ ਦਿੱਤਾ ਹੋਇਆ, ਪਰ ਮੈਟਰ ਬਹੁਤ ਸ਼ਾਨਦਾਰ ਦਿੱਤਾ ਹੋਇਆ। ਯਕੀਨ ਮੰਨੋ ਪ੍ਰਸ਼ਨ ਉਹਦੇ ਵਿੱਚੋਂ ਹੀ ਆ ਜਾਊਗਾ, ਤੇ ਉਹ ਵੀ ਸਹੀ ਨਹੀਂ ਹੋਣਾ ਹੈ। ਕਿਉਂਕਿ ਆਪਾਂ 11ਵੀਂ 12ਵੀਂ ਵਾਲੀਆਂ ਪੁਸਤਕਾਂ ਨੂੰ ਬਹੁਤ ਇਗਨੋਰ ਕਰ ਰਹੇ ਹਾਂ। ਮੈਂ ਸਟੂਡੈਂਟ ਨੂੰ ਵਾਰੀ ਕਹਿ ਰਿਹਾ, 9ਵੀਂ 10ਵੀਂ 11ਵੀਂ 12ਵੀਂ, ਇਹ 4 ਪੁਸਤਕਾਂ ਨੂੰ ਤੁਸੀਂ ਇਗਨੋਰ ਨਹੀਂ ਕਰਨਾ ਹੈ। ਜਦੋਂ ਵੀ ਤੁਸੀਂ ਪੜ੍ਹਨਾ ਹੈ, ਸਿਲੇਬਸ ਨੂੰ ਸਾਹਮਣੇ ਰੱਖਣਾ ਹੈ, ਤੇ ਉਹਦੇ ਅਨੁਸਾਰ ਇੰਪੋਰਟੈਂਟ ਮੈਟਰ ਹੈ ਜਿਹੜਾ, ਉਹਦੇ ਤੇ ਕੁਝ ਅਲੱਗ ਨਿਸ਼ਾਨੀ ਲਾ ਦਿਆ ਕਰੋ ਵੀ ਆਹ ਚੀਜ਼ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਦੇਖੋ ਜੀ ਸੂਫੀ ਕਾਵਧਾਰਾ ਦੇ ਵਿੱਚ ਕਿਹੜੇ ਕਵੀ ਪੜ੍ਹਦੇ ਆ। ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ ਤੇ ਮੀਆਂ ਵਜੀਦ। ਗੁਰਮਤਿ ਕਾਵਧਾਰਾ, ਇਹਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਗੁਰਦਾਸ ਜੀ। ਕਿੱਸਾ ਕਾਵਧਾਰਾ ਦੇ ਵਿੱਚ ਦਮੋਦਰ, ਪੀਲੂ, ਹਾਫਿਜ਼ ਬਰਖੁਰਦਾਰ, ਵਾਰਿਸ ਸ਼ਾਹ, ਹਾਸ਼ਮ ਸ਼ਾਹ, ਕਾਦਰ ਯਾਰ ਅਤੇ ਫਜ਼ਲ ਸ਼ਾਹ। ਵੀਰ ਕਾਵਧਾਰਾ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨਜਾਬਤ ਅਤੇ ਸ਼ਾਹ ਮੁਹੰਮਦ। ਇਹ ਇੱਥੋਂ ਤੱਕ ਦੇਖ ਲਓ ਇੱਕ ਤਾਂ। ਉਸ ਤੋਂ ਬਾਅਦ ਆ ਜਾਂਦਾ ਆਧੁਨਿਕ ਦੇ ਵਿੱਚ ਭਾਈ ਵੀਰ ਸਿੰਘ, ਧਨੀ ਰਾਮ ਚਾਤਰਿਕ, ਆਹ ਕਵੀਆਂ ਦੇ ਨਾਮ ਦੇ ਰੱਖੇ ਆ। ਆਧੁਨਿਕ ਪੰਜਾਬੀ ਵਾਰਤਕ ਦੇ ਵਿੱਚ ਨਿਬੰਧ ਤੇ ਸਫ਼ਰਨਾਮਾ ਇਹ ਦੇ ਰੱਖਿਆ। ਫਿਰ ਆਧੁਨਿਕ ਪੰਜਾਬੀ ਗਲਪ ਦੇ ਵਿੱਚ ਨਾਵਲ ਤੇ ਕਹਾਣੀ ਦੇ ਰੱਖੇ ਆ, ਕਿਉਂਕਿ ਨਾਵਲ ਤੇ ਕਹਾਣੀ ਇਹ ਗਲਪ ਦਾ ਹਿੱਸਾ ਹਨ। ਇਸ ਕਰਕੇ ਆਧੁਨਿਕ ਪੰਜਾਬੀ ਗਲਪ ਦੇ ਵਿੱਚ ਪਹਿਲਾਂ ਨਾਵਲ ਤੁਸੀਂ ਪੜ੍ਹਨਾ ਹੈ, ਫਿਰ ਤੁਸੀਂ ਕਹਾਣੀ। ਅੱਗੇ ਰਾਈਟਰਾਂ ਦੇ ਨਾਮ ਵੀ ਦੇ ਰੱਖੇ ਹੈ। ਆਧੁਨਿਕ ਪੰਜਾਬੀ ਨਾਟਕ ਅਤੇ ਇਕਾਂਗੀ, ਜਿਵੇਂ ਕਿਉਂਕਿ ਈਸ਼ਵਰ ਚੰਦਰ ਨੰਦਾ ਨੇ ਨਾਟਕਾਂ ਦੀ ਵੀ ਰਚਨਾ ਕੀਤੀ ਹੈ ਅਤੇ ਇਕਾਂਗੀਆਂ ਦੀ ਵੀ ਰਚਨਾ ਕੀਤੀ ਹੈ। ਇਹ ਜਿਹੜੀਆਂ ਅਲੱਗ-ਅਲੱਗ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਹਨ। ਨਾਟਕ ਤੇ ਇਕਾਂਗੀ ਦੇ ਵਿੱਚ ਜੇ ਮੰਨ ਲਓ ਨਾਟਕ ਦੇ ਇਕਾਂਗੀ ਵਿੱਚ ਜੇ ਮੰਨ ਲਓ ਕਿਸੇ ਨੂੰ ਫਰਕ ਨਹੀਂ ਪਤਾ ਤਾਂ 12ਵੀਂ ਵਾਲੀ ਪੁਸਤਕ ਪੜ੍ਹ ਲਓ। ਉਹਦੇ ਵਿੱਚ ਲਾਸਟ ਦੇ ਵਿੱਚ ਦੇ ਰੱਖੇ ਆ ਸਾਹਿਤ ਦੇ ਤੱਤ, ਤੇ ਉਹਦੇ ਵਿੱਚ ਸਾਹਿਤ ਦੇ ਰੂਪ ਦੇ ਰੱਖੇ ਆ। ਉਹਦੇ ਵਿੱਚ ਨਾਟਕ ਤੇ ਇਕਾਂਗੀ ਵਾਲੇ ਪਾਠ ਦੇ ਰੱਖੇ ਆ। ਉਹਦੇ ਵਿੱਚ ਤੁਹਾਨੂੰ ਨਾਟਕ ਤੇ ਇਕਾਂਗੀ ਦੇ ਫਰਕ ਪਤਾ ਲੱਗ ਜਾਣਗੇ। ਫਿਰ ਤੁਸੀਂ ਅੱਗੇ ਆ ਦੇਖ ਲਓ। ਅੱਗੇ ਹੁਣ ਇੱਥੋਂ ਤੱਕ ਆਪਾਂ ਹੋਣਾ। ਉਸ ਤੋਂ ਬਾਅਦ ਦੇਖੋ ਜੀ ਇੱਕ ਹੋਰ ਪੋਰਸ਼ਨ, ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਇਹ ਹੈ ਜਿਹੜਾ ਇਹ ਟੌਪਿਕ 10 ਨੰਬਰ ਜਿਹੜਾ ਗ੍ਰੈਜੂਏਸ਼ਨ ਲੈਵਲ ਦੇ ਵਿੱਚ ਹੈ, 10 ਨੰਬਰ ਟੌਪਿਕ ਸਾਡਾ। ਇਹ ਗ੍ਰੈਜੂਏਸ਼ਨ ਲੈਵਲ ਹੀ ਚੱਲੀ ਜਾਂਦਾ ਹੈ ਨਾ,
ਦੇਖੋ ਹਾਂ ਭਾਗ ਦੂਜੇ ਚ ਗ੍ਰੈਜੂਏਸ਼ਨ ਲੈਵਲ ਦੇ ਵਿੱਚ ਇਹ ਜਿਹੜਾ ਹੈਗਾ ਜਿਹੜਾ ਸਾਡਾ 10 ਨੰਬਰ ਹੈ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ ਵਿਕਾਸ ਅਤੇ ਵਿਸ਼ੇਸ਼ਤਾਵਾਂ। ਇਹ ਹੈ ਜਿਹੜਾ ਇਹ ਉਹੀ ਪੁਸਤਕ ਜਿਹੜੀਆਂ ਤੁਹਾਨੂੰ ਲਿਖਾਈਆਂ ਇਹਦੇ ਵਿੱਚੋਂ ਤੁਹਾਨੂੰ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਵਿਕਾਸ ਨਿਕਾਸ ਅਤੇ ਵਿਸ਼ੇਸ਼ਤਾਵਾਂ ਇਹਨਾਂ ਪੁਸਤਕਾਂ ਦੇ ਵਿੱਚੋਂ ਇਹ ਪੋਰਸ਼ਨ ਵੀ ਤੁਹਾਨੂੰ ਮਿਲ ਜਾਊਗਾ, ਇਹ ਟੌਪਿਕ ਵੀ ਮਿਲੂਗਾ। ਹੁਣ ਦੇਖੋ ਜੀ ਅੱਗੇ ਆ ਜਾਓ। ਹਾਂ ਹੁਣ ਆ ਜਾਈਏ, ਹੁਣ ਆਪਾਂ ਗੱਲ ਕਰੀਏ ਇਹਨਾਂ ਤੇ। ਆ ਜਿਹੜਾ ਇਹਨਾਂ ਦੇ ਰੱਖਿਆ ਹੈ ਪੰਜਾਬੀ ਸਾਹਿਤ ਦਾ ਇਤਿਹਾਸ, ਊੜਾ ਨੰਬਰ ਦਿੱਤਾ ਹੋਇਆ ਨਾ, ਪੰਜਾਬੀ ਸਾਹਿਤ ਦਾ ਇਤਿਹਾਸ ਸਾਰੇ ਦਾ ਸਾਰਾ ਇਹ ਆਪਾਂ ਇਹ ਬਸ ਤੁਸੀਂ ਮੰਨ ਲਓ ਵੀ ਪੰਜਾਬੀ ਸਾਹਿਤ ਦਾ ਇਤਿਹਾਸ ਆਪਾਂ ਇੱਥੋਂ ਤੱਕ ਜਿਵੇਂ ਮੰਨ ਲਓ ਇਹ ਆ ਜਿਹੜਾ ਹੈਗਾ ਅਜਮੇਰ ਸਿੰਘ ਔਲਖ ਆਧੁਨਿਕ ਪੰਜਾਬੀ ਨਾਟਕ ਅਤੇ ਇਕਾਂਗੀ, ਇੱਥੋਂ ਤੱਕ ਮੰਨ ਲਓ ਵੀ ਪੰਜਾਬੀ ਸਾਹਿਤ ਦਾ ਇਹ ਇਤਿਹਾਸ ਹੈ ਸਾਰਾ ਪੜ੍ਹਨਾ ਆਪਾਂ। ਹੁਣ ਇਹਦੇ ਵਾਸਤੇ ਪੁਸਤਕਾਂ ਦੇਖ ਲਓ, ਪੰਜਾਬੀ ਸਾਹਿਤ ਦਾ ਇਤਿਹਾਸ ਜਦੋਂ ਪੜ੍ਹਨਾ ਹੈ ਉਹਦੇ ਵਾਸਤੇ ਸਭ ਤੋਂ ਬੈਸਟ ਪੁਸਤਕ ਹੈ ਜਿਹੜੀ ਉਹ ਹੈਗੀ ਹੈ ਬ੍ਰਹਮ ਜਗਦੀਸ਼ ਸਿੰਘ ਦੀ ਰਾਈਟਰ ਦੀ, ਤੇ ਜਿਹਦਾ ਨਾਮ ਹੈ ਪੰਜਾਬੀ ਸਾਹਿਤ ਦਾ ਇਤਿਹਾਸ। ਪੰਜਾਬੀ ਸਾਹਿਤ ਦਾ ਇਤਿਹਾਸ ਮੋਟੀ ਸਾਰੀ ਕਿਤਾਬ ਹੈ, 700-800 ਪੇਜਾਂ ਦੀ ਹੈ। ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਦਾ ਨਾਮ ਹੈ ਪੰਜਾਬੀ ਸਾਹਿਤ ਦਾ ਇਤਿਹਾਸ। ਇਤਿਹਾਸ ਇਹ ਹੁਣ ਪੁਸਤਕ ਦਾ ਤੁਸੀਂ ਨਾਮ ਰੱਖਿਓ ਧਿਆਨ ਦੇ ਵਿੱਚ। ਮੈਨੂੰ ਪਤਾ ਹੈ ਬਹੁਤ ਸਾਰੇ ਵਿਦਿਆਰਥੀਆਂ ਨੇ ਲੈ ਵੀ ਆਂਦੀ ਹੈ, ਮਤਲਬ ਜਿਹੜੇ ਤਿਆਰੀ ਕਰ ਰਹੇ ਨੇ ਸਟੂਡੈਂਟ ਤਨੋਂ ਮਨੋਂ ਉਹਨਾਂ ਨੇ ਇਹ ਬੁੱਕ ਲੈ ਵੀ ਆਂਦੀ ਹੈ ਪੰਜਾਬੀ ਸਾਹਿਤ ਦਾ ਇਤਿਹਾਸ। ਇਹਦਾ ਰਾਈਟਰ ਵੀ ਕੌਣ ਹੈ? ਇਹੀ ਹੈ ਬ੍ਰਹਮ ਜਗਦੀਸ਼ ਸਿੰਘ। ਪੰਜਾਬੀ ਸਾਹਿਤ ਦਾ ਇਤਿਹਾਸ 700-800 ਪੇਜਾਂ ਦੀ ਹੈ। ਤੇ ਜਿੰਨਾ ਵੀ ਤੁਹਾਡਾ ਆਹ ਪੋਰਸ਼ਨ ਹੈ, ਆਹ ਵਾਲਾ ਤੁਹਾਡਾ ਜਿੰਨਾ ਵੀ ਪੋਰਸ਼ਨ ਹੈ ਦੇਖੋ ਇੱਥੋਂ ਪੰਜਾਬੀ ਸਾਹਿਤ ਦਾ ਇਤਿਹਾਸ ਨਾਥਾਂ ਜੋਗੀਆਂ ਦਾ ਉਸ ਪੁਸਤਕ ਦੇ ਵਿੱਚ ਦੇ ਰੱਖਿਆ। ਸੂਫੀ ਕਾਵਿਧਾਰਾ ਦੀਆਂ ਸਾਰੇ ਕਵੀਆਂ ਬਾਰੇ ਸ਼ਾਨਦਾਰ ਸੂਫੀ ਕਾਵਿਧਾਰਾ ਦੀ ਸ਼ੁਰੂ ਦੇ ਵਿੱਚ ਜਾਣਕਾਰੀ, ਮੁੱਢਲੀ ਜਾਣਕਾਰੀ ਉਹ ਵੀ ਯਾਦ ਰੱਖਣੀ ਹੈ। ਉਸ ਤੋਂ ਬਾਅਦ ਗੁਰਮਤਿ ਕਾਵਿਧਾਰਾ ਦੀ ਸ਼ੁਰੂ ਵਿੱਚ ਜਾਣਕਾਰੀ ਦਿੱਤੀ ਹੋਈ ਹੈ, ਉਹ ਵੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਦੋਂ ਤੁਸੀਂ ਬ੍ਰਹਮ ਜਗਦੀਸ਼ ਸਿੰਘ ਵਾਲੀ ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਪੜ੍ਹੋਗੇ ਉਦੋਂ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਉਹਦੇ ਸੰਕਲਨ ਬਾਰੇ ਅਲੱਗ ਤੋਂ ਦਿੱਤਾ ਹੋਊਗਾ, ਉਹ ਵੀ ਤੁਸੀਂ ਤਿਆਰ ਕਰਨਾ ਹੈ ਮੈਟਰ। ਗੁਰਮਤਿ ਕਾਵਿਧਾਰਾ ਹੋ ਗਈ, ਕਿੱਸਾ ਕਾਵਿਧਾਰਾ ਦਾ ਜਿਹੜਾ ਮੁੱਢਲਾ ਸਵਰੂਪ ਦਿੱਤਾ ਹੁੰਦਾ ਹੈ ਨਾ, ਰੂਪ ਰੇਖਾ, ਉਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀ। ਉਹਦੇ ਵਿੱਚੋਂ ਵੀ ਪ੍ਰਸ਼ਨ ਪੁੱਛਦਾ ਹੁੰਦਾ ਹੈ। ਵੀਰ ਕਾਵਿਧਾਰਾ, ਫਿਰ ਆਧੁਨਿਕ ਪੰਜਾਬੀ ਕਾਵ, ਵਾਰਤਕ, ਆ ਸਾਰੇ ਜਿੰਨੇ ਵੀ ਦੇ ਰੱਖੇ ਹੈ ਇਹ ਪੰਜਾਬੀ ਸਾਹਿਤ ਦਾ ਇਤਿਹਾਸ ਬ੍ਰਹਮ ਜਗਦੀਸ਼ ਸਿੰਘ ਇਸ ਪੁਸਤਕ ਦੇ ਵਿੱਚੋਂ ਸਾਰੇ ਟੌਪਿਕ ਤੁਹਾਨੂੰ ਮਿਲ ਜਾਣਗੇ ਸਾਰੇ। ਅਗਰ ਤੁਸੀਂ ਚਾਹੁੰਦੇ ਹੋ ਜੀ ਅਸੀਂ ਇੱਕ ਪੁਸਤਕ ਸਰ ਜੀ ਸਾਨੂੰ ਹੋਰ ਦੱਸੋ ਤਾਂ ਠੀਕ ਹੈ, ਮੈਨੂੰ ਕੀ ਹੈ ਇੱਕ ਪੁਸਤਕ ਦਾ ਨਾਮ ਆਪਾਂ ਹੋਰ ਲਿਖ ਦਿੰਦੇ ਹਾਂ। ਇਹ ਵੀ ਪੁਸਤਕ ਵਧੀਆ ਹੈ, ਇਹਦਾ ਨਾਮ ਹੈ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ। ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ। ਰਾਈਟਰ ਦਾ ਨਾਮ ਹੈ ਰਾਜਿੰਦਰ ਸਿੰਘ ਸੇਖੋਂ। ਰਾਈਟਰ ਦਾ ਨਾਮ ਰਾਜਿੰਦਰ ਸਿੰਘ ਸੇਖੋਂ। ਬੁੱਕ ਦਾ ਨਾਮ ਹੈ ਜੀ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ, ਤੇ ਇਹਦਾ ਰਾਈਟਰ ਕੌਣ ਹੈ? ਰਾਜਿੰਦਰ ਸਿੰਘ ਸੇਖੋਂ। ਦੋ ਪੁਸਤਕਾਂ ਦੇ ਵਿੱਚੋਂ ਮੈਟਰ ਤਿਆਰ ਕਰ ਲਓ, ਸ਼ਾਨਦਾਰ ਤਰੀਕੇ ਨਾਲ ਵਧੀਆ ਮੈਟਰ ਕਲੀਅਰ ਹੋ ਜਾਊਗਾ ਤੁਹਾਡਾ ਸਾਰਾ। ਆ ਜਿੰਨੇ ਵੀ ਕੋਈ ਨਾਵਲਕਾਰ ਲਿਖੇ ਹੋਏ ਆ, ਕਹਾਣੀਕਾਰ ਤੇ ਨਾਟਕਕਾਰ ਤੇ ਇਕਾਂਗੀਕਾਰਾਂ ਦੇ ਨਾਮ ਲਿਖੇ ਹੋਏ ਆ, ਇਹ ਸਾਰੇ ਜਿੰਨੇ ਟੌਪਿਕ ਆ, ਜਿੰਨੇ ਰਾਈਟਰ ਆ, ਇਹ ਸਾਰੇ ਤੁਹਾਡੇ ਇਹਨਾਂ ਦੋ ਪੁਸਤਕਾਂ ਦੇ ਵਿੱਚੋਂ ਸ਼ਾਨਦਾਰ ਕਲੀਅਰ ਹੋ ਜਾਣਗੇ। ਇਹ ਪੁਸਤਕਾਂ ਮਿਲਣਗੀਆਂ ਕਿੱਥੋਂ? ਇਹ ਅਗਰ ਗੰਗਾਨਗਰੋਂ ਕਿਤੋਂ ਹੋ ਸਕਦਾ ਕਿਸੇ ਨੇ ਸੈੱਟ ਮੰਗਵਾ ਕੇ ਰੱਖੇ ਹੋਣ, ਕਿਸੇ ਬੁੱਕ ਸ਼ਾਪ ਵਾਲੇ ਨੇ। ਜੇ ਨਹੀਂ ਮੰਗਵਾ ਕੇ ਰੱਖੇ ਤਾਂ ਅਬੋਹਰੋਂ ਮਿਲਣਗੀਆਂ। ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਕੋਈ ਬੁੱਕ ਸ਼ਾਪ ਲੱਗਦੀਆਂ ਹੋਣਗੀਆਂ ਅਬੋਹਰ, ਉੱਥੋਂ ਤੁਹਾਨੂੰ ਆਸਾਨੀ ਦੇ ਨਾਲ ਅਵੇਲੇਬਲ ਹੋ ਜਾਣਗੀਆਂ। ਅਗਰ ਤੁਸੀਂ ਆਨਲਾਈਨ ਕਿਤੋਂ ਮੰਗਵਾ ਸਕਦੇ ਹੋ ਤਾਂ ਵਧੀਆ ਗੱਲ ਹੈ।
ਕਿਸੇ ਵੀ ਯੂਨੀਵਰਸਿਟੀ ਤੋਂ ਮਤਲਬ ਤੁਸੀਂ ਪੰਜਾਬ 'ਚ ਮੰਗਵਾ ਸਕਦੇ ਹੋ। ਅੱਗੇ ਆ ਜਾਓ ਜੀ। ਹੁਣ ਦੇਖੋ ਜੀ, ਆਹ ਜਿਹੜਾ ਇੱਕ ਹੈਗਾ ਦੇ ਰੱਖਿਆ, ਇਹ ਤਾਂ ਆਪਣਾ ਟੌਪਿਕ ਦੀ ਗੱਲ ਹੋ ਗਈ ਸੀ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ। ਉਸ ਤੋਂ ਬਾਅਦ ਦੇਖੋ ਜੀ, ਆਹ ਨਾ ਦੇ ਰੱਖਿਆ ਸੱਭਿਆਚਾਰ ਤੇ ਲੋਕਧਾਰਾ, ਪਰਿਭਾਸ਼ਾ, ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ। ਸੱਭਿਆਚਾਰ ਦੀਆਂ ਵੀ ਪਰਿਭਾਸ਼ਾ, ਪ੍ਰਕਿਰਤੀ ਤੇ ਵਿਸ਼ੇਸ਼ਤਾਵਾਂ ਦੱਸਣੀਆਂ, ਲੋਕਧਾਰਾ ਦੀ ਵੀ ਪਰਿਭਾਸ਼ਾ, ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ ਦੱਸਣੀਆਂ ਹਨ। ਇਹਨਾਂ ਦਾ ਆਪਸੀ ਸੰਬੰਧ ਵੀ ਦੱਸਣਾ ਹੈ। ਉਸ ਤੋਂ ਬਾਅਦ ਦੇਖੋ ਜੀ, ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਅਤੇ ਇਹਦੇ ਪਛਾਣ ਚਿੰਨ੍ਹ ਕੀ ਕੀ ਨੇ। ਪੰਜਾਬੀ ਸੱਭਿਆਚਾਰ ਦੇ ਪੰਜਾਬੀ ਲੋਕ ਸਾਹਿਤ ਦੇ ਰੂਪ ਢੋਲਾ, ਮਾਹੀਆ, ਟੱਪਾ, ਅਲਾਹੁਣੀ, ਸਿੱਠਣੀ, ਸੁਹਾਗ ਗੀਤ, ਲੰਮੀ ਬੋਲੀ, ਘੋੜੀਆਂ। ਇਹ ਤੁਸੀਂ ਮਾੜਾ ਜਿਹਾ ਹੁਣ ਆਪਾਂ ਕਰਦੇ ਆ। ਅੱਛਾ, ਜਿਹੜਾ ਆਹ 14 ਨੰਬਰ ਟੌਪਿਕ ਦੇ ਰੱਖਿਆ, ਪੰਜਾਬੀ ਸਾਹਿਤ ਰੂਪ ਸ਼ਲੋਕ, ਪੱਟੀ, ਅਸ਼ਟਪਦੀ, 12ਵਾਂ, 7ਵਾਰਾ, ਕਾਫੀ, ਸ਼ੀਰਪੀ, ਮਹਾਕਾਵ ਅਤੇ ਜਨਮ ਸਾਖੀ। ਇਹ ਜਿਹੜੀ ਪੁਸਤਕ ਸਾਡੀ ਬ੍ਰਹਮ ਜਗਦੀਸ਼ ਸਿੰਘ ਵਾਲੀ ਹੈ, ਇਹ ਜਿਹੜੀ ਹੈਗੀ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਬ੍ਰਹਮ ਜਗਦੀਸ਼ ਸਿੰਘ, ਇਸ ਪੁਸਤਕ ਦੇ ਵਿੱਚੋਂ ਸਾਹਿਤ ਦੇ ਰੂਪ ਮਿਲ ਜਾਣਗੇ। ਦੂਸਰਾ, ਇਹਦੀ ਇੱਕ ਅਲੱਗ ਤੋਂ ਵੀ ਛੋਟੀ ਜਿਹੀ ਪੁਸਤਕ ਆਉਂਦੀ ਹੈ ਬ੍ਰਹਮ ਜਗਦੀਸ਼ ਸਿੰਘ ਦੀ, ਜਿਹਦਾ ਨਾਮ ਹੈ ਸਾਹਿਤ ਦੇ ਰੂਪ। ਅਲੱਗ ਤੋਂ ਵੀ ਆਉਂਦੀ ਹੈ ਇੱਕ ਛੋਟੀ ਜਿਹੀ ਪੁਸਤਕ, ਅਗਰ ਕਿਤੋਂ ਮਿਲ ਜਾਵੇ ਤਾਂ ਸਾਹਿਤ ਦੇ ਰੂਪ ਆਉਂਦੀ ਹੈ। ਤੇ ਸਾਹਿਤ ਦੇ ਰੂਪ ਇੱਕ ਪੁਸਤਕ ਆਉਂਦੀ ਹੈ, ਉਹ ਹੈਗੀ ਹੈ ਜੀ, ਹਾਂ, ਸਾਹਿਤ ਦੇ ਰੂਪ ਇੱਕ ਪਤਲੀ ਜੀ ਪੁਸਤਕ ਆਉਂਦੀ ਹੈ, ਉਹਦਾ ਨਾਮ ਲਿਖੋ ਜੀ, ਸਾਹਿਤ ਦੇ ਰੂਪ। ਇਹ ਜਿਹੜੇ ਸਾਰੇ ਰੂਪ ਉਹਦੇ ਵਿੱਚ ਵਧੀਆ ਕਲੀਅਰ ਕੀਤੇ ਹੋਏ ਆ, ਸਾਹਿਤ ਦੇ ਰੂਪ। ਤੇ ਰਾਈਟਰ ਦਾ ਨਾਮ ਹੈ ਜੀ ਰਤਨ ਸਿੰਘ ਜੱਗੀ। ਸਾਹਿਤ ਦੇ ਰੂਪ ਰਤਨ ਸਿੰਘ ਜੱਗੀ ਦੀ ਪੁਸਤਕ ਹੈ, ਇੱਕ ਛੋਟੀ ਜੀ ਹੈ, ਪਤਲੀ ਜੀ ਹੈਗੀ ਹੈ ਬੁੱਕ, ਤੇ ਰਾਈਟਰ ਦਾ ਨਾਮ ਹੈ ਜੀ ਰਤਨ ਸਿੰਘ ਜੱਗੀ। ਇਹ ਰਤਨ ਸਿੰਘ ਜੱਗੀ ਦੀ ਪੁਸਤਕ ਹੈ ਸਾਹਿਤ ਦੇ ਰੂਪ। ਉਹਦੇ ਵਿੱਚੋਂ ਇਹ ਜਿਹੜੇ ਤੁਹਾਡੇ ਸਾਹਿਤ ਦੇ ਰੂਪ ਹੈ, ਇਹ ਸਾਰੇ ਮਤਲਬ ਪੰਜਾਬੀ ਸਾਹਿਤ ਰੂਪ, ਧਿਆਨ ਰੱਖਿਓ, ਪੰਜਾਬੀ ਲੋਕ ਸਾਹਿਤ ਰੂਪ ਹੈ ਅਲੱਗ ਚੀਜ਼ ਹੈ, ਪੰਜਾਬੀ ਸਾਹਿਤ ਰੂਪ ਇਹ ਦੇਖੋ ਅਲੱਗ ਚੀਜ਼ ਹੈ। ਥੋੜਾ ਜਿਹਾ ਧਿਆਨ ਰੱਖੋ, ਜਦੋਂ ਪੜ੍ਹੋਗੇ ਉਦੋਂ ਡਿਫਰੈਂਸ ਤੁਹਾਨੂੰ ਮਾਲੂਮ ਹੋ ਜਾਊਗਾ। ਹੁਣ ਦੇਖੋ ਜੀ, ਹੁਣ ਇਹਦੇ ਵਿੱਚੋਂ ਸੱਭਿਆਚਾਰ ਅਤੇ ਲੋਕਧਾਰਾ, ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਤੇ ਪਛਾਣ ਚਿੰਨ੍ਹ ਅਤੇ ਪੰਜਾਬੀ ਲੋਕ ਸਾਹਿਤ ਰੂਪ ਢੋਲਾ, ਮਾਹੀਆ, ਟੱਪਾ, ਲਾਹੁਣੀ, ਸਿੱਠਣੀ, ਸੁਹਾਗ ਗੀਤ, ਲੰਮੀ ਬੋਲੀ, ਘੋੜੀਆਂ। ਹੁਣ ਤੁਸੀਂ ਇਹਦੇ ਵਿੱਚੋਂ ਦੇਖ ਲਿਓ, ਇੱਕ ਤਾਂ ਬਈ 9ਵੀਂ ਵਾਲੀ ਕਿਤਾਬ ਦੇ ਵਿੱਚ ਸੁਹਾਗ ਗੀਤਾਂ ਦਾ ਵੀ ਪਾਠ ਹੈਗਾ ਤੇ ਘੋੜੀਆਂ ਦਾ ਪਾਠ ਵੀ ਹੈਗਾ। 9ਵੀਂ ਵਾਲੀ ਕਿਤਾਬ ਦੇ ਵਿੱਚ ਮੈਂ ਕਿਉਂ ਕਹਿੰਦਾ ਸੀ 9ਵੀਂ ਵਾਲੀ ਕਿਤਾਬ ਪੜ੍ਹਨੀ ਜ਼ਰੂਰੀ ਹੈ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਕਿਉਂਕਿ ਜਿਹੜਾ ਲੋਕਧਾਰਾ ਜਾਂ ਕੋਈ ਲੋਕ ਸਾਹਿਤ ਜਿਹੜਾ ਦੇ ਰੱਖਿਆ, ਲੋਕ ਸਾਹਿਤ ਸੰਬੰਧੀ ਉਹਦੇ ਵਿੱਚ ਪਾਠ ਹੈਗੇ ਆ, ਉਹ ਲਗਭਗ ਸਾਰੇ ਮਤਲਬ ਜੇ ਤੁਸੀਂ ਕਰ ਲਓਗੇ ਤਾਂ ਕਹਿਣਾ ਹੀ ਕੀ ਹੈ। ਉਹਦੇ ਵਿੱਚ ਆਹ ਜਿਹੜੀਆਂ ਇਹਦੇ ਵਿੱਚੋਂ ਦੇਖ ਲਿਓ ਕਿਹੜੇ ਕਿਹੜੇ ਪਾਠ ਉਹਦੇ ਵਿੱਚ ਦਿੱਤੇ ਹੋਏ ਆ, ਉਸ ਹਿਸਾਬ ਨਾਲ। ਪਹਿਲੀ ਗੱਲ, 9ਵੀਂ ਵਾਲੀ ਕਿਤਾਬ ਨੂੰ ਤੁਸੀਂ ਰੈਗੂਲਰ ਪੜ੍ਹਦੇ ਰਿਹਾ ਕਰੋ ਜਦੋਂ ਤੁਹਾਨੂੰ ਸਮਾਂ ਲੱਗੇ ਉਦੋਂ, ਕਿਉਂਕਿ ਉਹਦੇ ਵਿੱਚ ਹੈ ਛੋਟੀ ਜਿਹੀ ਕਿਤਾਬ ਹੈ ਤੇ ਕੰਮ ਦੀਆਂ ਗੱਲਾਂ ਬਹੁਤ ਦਿੱਤੀਆਂ ਹੋਈਆਂ। ਰੱਖਿਓ ਧਿਆਨ ਇਸ ਚੀਜ਼ ਦਾ, ਮੇਰੀ ਗੱਲ ਨੂੰ ਨੋਟ ਕਰ ਲਿਓ। ਆਹ ਜਿਹੜੇ 3 ਹੈਗੇ ਆ, ਇੱਕ ਹੈਗਾ ਸਾਡਾ 11 ਨੰਬਰ ਟੌਪਿਕ, ਇੱਕ 12 ਨੰਬਰ, ਇੱਕ 13 ਨੰਬਰ। ਇਹਦੇ ਵਾਸਤੇ ਪੁਸਤਕ ਦਾ ਨਾਮ ਹੈ ਜੀ, ਇਹਦੇ ਵਾਸਤੇ ਪੁਸਤਕ ਦਾ ਨਾਮ ਹੈਗਾ ਜੀ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ। ਪੁਸਤਕ ਦਾ ਨਾਮ ਕੀ ਹੈ ਸਾਡੀ ਦਾ? ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ। ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ। ਤੇ ਰਾਈਟਰ ਦਾ ਨਾਮ ਹੈ ਜੀ ਬਲਬੀਰ ਸਿੰਘ ਪੂਨੀ। ਰਾਈਟਰ ਦਾ ਨਾਮ ਬਲਬੀਰ ਸਿੰਘ ਪੂਨੀ। ਡਾਕਟਰ ਦਾ ਨਾਮ ਬਲਬੀਰ ਸਿੰਘ ਪੂਨੀ। ਵਿਦਿਆਰਥੀ ਫੋਨ ਕਰਨਗੇ, ਸਰ ਜੀ ਉਹ ਅਸੀਂ ਬਲਬੀਰ ਸਿੰਘ ਪੂਨੀ ਵਾਲੀ ਬੁੱਕ ਲਿਆਂਦੀ ਜੀ। ਬਲਬੀਰ ਸਿੰਘ ਪੂਨੀ ਨੈ ਤੋਂ ਨਹੀਂ ਹੈ, ਪੂਣੀ ਨਹੀਂ ਗਈ,
ਪੂਨੀ ਹੈ, ਡਾਕਟਰ ਬਲਬੀਰ ਸਿੰਘ ਪੂਨੀ। ਪੰਜਾਬੀ ਲੋਕਧਾਰਾ ਤੇ ਸੱਭਿਆਚਾਰ, ਇਹ ਬਲਬੀਰ ਸਿੰਘ ਪੂਨੀ ਦੀ ਪੁਸਤਕ ਹੈ ਇੱਕ। ਇਹਦੇ ਵਿੱਚੋਂ ਆਹ 3 ਸੱਭਿਆਚਾਰ ਅਤੇ ਲੋਕਧਾਰਾ, ਪਰਿਭਾਸ਼ਾ, ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ, ਇਹ ਟੌਪਿਕ ਸਾਰਾ ਕਲੀਅਰ ਹੋ ਜਾਊਗਾ। ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਤੇ ਪਛਾਣ ਚਿੰਨ੍ਹ, ਪੰਜਾਬੀ ਲੋਕ ਸਾਹਿਤ ਰੂਪ, ਇਹ ਕਲੀਅਰ ਹੋ ਜਾਊਗਾ। ਇਹਦੇ ਵਾਸਤੇ ਪੰਜਾਬੀ ਸਾਹਿਤ ਰੂਪ ਹੈ ਜਿਹੜੀ, ਪੰਜਾਬੀ ਸਾਹਿਤ ਰੂਪ, ਇਹਦੇ ਵਾਸਤੇ ਇੱਕ ਤਾਂ ਬ੍ਰਹਮ ਜਗਦੀਸ਼ ਸਿੰਘ ਵਾਲੀ ਪੰਜਾਬੀ ਸਾਹਿਤ ਦਾ ਇਤਿਹਾਸ ਲਿਆਉਂਗੇ ਜਿਹੜੀ ਤੁਸੀਂ, ਉਹਦੇ ਚੋਂ ਵੀ ਕਲੀਅਰ ਹੋ ਜਾਊਗਾ। ਦੂਸਰਾ ਮੈਂ ਸਾਹਿਤ ਦੇ ਰੂਪ ਰਤਨ ਸਿੰਘ ਜੱਗੀ ਵਾਲੀ ਪੁਸਤਕ ਜਿਹੜੀ ਦੱਸੀ ਹੈ, ਉਹਦੇ ਵਿੱਚੋਂ ਵੀ ਇਹ ਤੁਹਾਨੂੰ ਪੋਰਸ਼ਨ ਲਗਭਗ ਮਿਲ ਜਾਣਗੇ। ਹੁਣ ਆ ਜਾਓ ਜੀ ਭਾਗ ਤੀਜਾ, ਪੋਸਟ ਗ੍ਰੈਜੂਏਸ਼ਨ ਪੱਧਰ ਤੇ ਆ ਜਾਓ ਵੀ ਵਿਦਿਆਰਥੀਓ। ਹੁਣ ਦੇਖੋ ਜੀ, ਹਾਂ ਆਹ ਹੋਈ ਨਾ ਗੱਲ, ਹਾਂਜੀ ਪੋਸਟ ਗ੍ਰੈਜੂਏਸ਼ਨ ਲੈਵਲ ਤੇ ਦੇਖੋ, ਇਹਦੇ ਵਿੱਚੋਂ ਹੀ ਆਹ ਹੁਣ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਦੇਖੋ ਦਿੱਤਾ ਤਾਂ ਹੋਇਆ ਜੀ, ਦਿੱਤਾ ਕੀ ਹੈ ਜੀ, ਪੋਸਟ ਗ੍ਰੈਜੂਏਸ਼ਨ ਦੇ ਵਿੱਚੋਂ ਅਸੀਂ ਪ੍ਰਸ਼ਨ ਪੁੱਛਾਂਗੇ 10 ਹੀ, ਪਰ ਪ੍ਰਸ਼ਨ ਬਹੁਤ ਪੁੱਛਦੇ ਆ ਜੀ, ਕੋਈ ਅੰਤ ਨਹੀਂ ਹੁੰਦਾ ਤੇ ਨਾ ਆਪਾਂ ਕੁਝ ਕਰ ਸਕਦੇ ਆ ਜੀ। ਕਿਉਂ? ਕਿਉਂਕਿ ਆਪਣੇ ਹੱਥ ਬੰਨੇ ਹੁੰਦੇ ਆ। ਬੰਨੇ ਹੁੰਦੇ ਦਾ ਮਤਲਬ ਇਹ ਹੈ ਵੀ ਆਪਾਂ ਮਜਬੂਰ ਹੁੰਦੇ ਆ, ਹਨਾ। ਆਪਾਂ ਵਿਦਿਆਰਥੀ ਲੋਕ ਆ ਤੇ ਆਪਣਾ ਕੰਮ ਹੈ ਵੀ ਆਪਾਂ ਆਪਣੀ ਤਿਆਰੀ ਕਰੀਏ, ਐਗਜ਼ਾਮ ਦੇ ਵਿੱਚ ਬੈਠੀਏ, ਕੋਸ਼ਿਸ਼ ਕਰੀਏ। ਆਪਣਾ ਇਹ ਜਿਹੜਾ ਮੇਨ ਹੈਗਾ, ਇਹਦੇ ਵਿੱਚੋਂ ਪ੍ਰਸ਼ਨ ਤਾਂ ਬਸ ਤੁਸੀਂ ਪੁੱਛੋ ਹੀ ਨਾ ਕਿੰਨੇ ਕਾਉਂਦੇ ਆ, ਕੋਈ ਅੰਤ ਨਹੀਂ ਹੁੰਦਾ ਇਸ ਚੀਜ਼ ਦਾ। ਹੁਣ ਭਾਸ਼ਾ ਵਿਗਿਆਨ, ਪਰਿਭਾਸ਼ਾ, ਪ੍ਰਕਿਰਤੀ ਅਤੇ ਖੇਤਰ, ਇੱਕ ਹੋ ਗਿਆ ਟੌਪਿਕ ਆਹ। ਫਿਰ ਉਹਨੇ ਕਿਹਾ ਜੀ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਵਿਗਿਆਨ, ਇੱਕ ਹੋ ਗਿਆ ਜੀ ਦੂਸਰਾ, ਇੱਕ 2 ਪੋਰਸ਼ਨ ਹੋ ਗਏ ਇਹਦੇ ਵਿੱਚ। ਕਿਉਂਕਿ ਇੱਕ ਤਾਂ ਦੇਖੋ ਧੁਨੀ ਦਾ ਜਿਹੜੀ ਹੁੰਦੀ ਹੈ, ਇੱਕ ਤਾਂ ਹੁੰਦੀ ਹੈ ਧੁਨੀਆਂ ਜਿਹੜੀਆਂ ਮਤਲਬ ਕਾਮਨ ਹੁੰਦੀਆਂ ਹਰ ਭਾਸ਼ਾ ਵਾਸਤੇ, ਇੱਕ ਹੁੰਦੀਆਂ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ, ਉਹਨਾਂ ਦੋਨਾਂ ਨੂੰ ਅਲੱਗ-ਅਲੱਗ ਪੜ੍ਹਨਾ ਹੈ। ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਪ੍ਰਮੁੱਖ ਸੰਕਲਪ ਹੈ ਜੀ, ਦੇਖੋ ਸੰਰਚਨਾਤਮਕ ਭਾਸ਼ਾ ਵਿਗਿਆਨ, ਇਹ ਜਿਹੜਾ ਨਵਾਂ ਆਧੁਨਿਕ ਜਿਹੜਾ ਹੈਗਾ ਚੱਲੀ ਜਾਂਦਾ, ਜਿਹੜਾ ਵੀ ਭਾਸ਼ਾ ਜਿਹੜੀ ਉਹ ਇੱਕ ਸੰਰਚਨਾ ਆ ਜੀ, ਇੱਕ ਤਰ੍ਹਾਂ ਦੀ, ਜਿਹਦੇ ਵਿੱਚ ਚਿਹਨਕ ਤੇ ਚਿਹਨਤ, ਲਾਂਗ ਤੇ ਪੈਰੋਲ, ਇਕਾਲਕ ਅਤੇ ਦੁਕਾਲਕ, ਕੜੀਦਾਰ ਅਤੇ ਲੜੀਦਾਰ ਸੰਬੰਧ, ਇਹ ਹੈ ਜਿਹੜਾ, ਇਹ ਅੱਜ ਕੱਲ੍ਹ ਆਧੁਨਿਕ ਭਾਸ਼ਾ ਵਿਗਿਆਨ ਦੇ ਨਵੇਂ ਟੌਪਿਕ ਨੇ ਤੇ ਇਹਨਾਂ ਤੇ ਅੱਜ ਕੱਲ੍ਹ ਬੜੀ ਵਿਚਾਰ ਚਰਚਾ ਚੱਲੀ ਹੋਈ ਹੈ ਜੀ। ਵੀ ਪਹਿਲਾਂ ਹੁੰਦਾ ਸੀਗਾ ਵੀ ਇਹ ਹੈ ਜਿਹੜੀ ਭਾਸ਼ਾ ਵਿਗਿਆਨ ਹੈ ਜਿਹੜੀ ਉਹ ਇਤਿਹਾਸਕਤਾ ਨੂੰ ਰੱਖ ਕੇ ਮਤਲਬ ਅੱਗੇ ਇਹਦਾ ਮਤਲਬ ਭਾਸ਼ਾ ਵਿਗਿਆਨ ਦੀ ਜਿਹੜੀ ਆਪਾਂ ਕਹਿ ਦਿੰਦੇ ਹਾਂ ਨਹੀਂ ਵੀ ਇਹਦਾ ਇਤਿਹਾਸ ਉਹਨੂੰ ਵੇਖਿਆ ਜਾਂਦਾ ਸੀ, ਇਹਦੀ ਇਤਿਹਾਸਕਤਾ ਨੂੰ ਵੀ, ਪਹਿਲਾਂ ਲੋਕ ਕਿਵੇਂ ਦੀ ਬੋਲੀ ਬੋਲਦੇ ਸੀ, ਹੁਣ ਕਿਵੇਂ ਦੀ ਬੋਲੀ ਬੋਲਦੇ ਆ। ਪਰ ਹੁਣ ਨਹੀਂ, ਹੁਣ ਸਮਾਂ ਜਿਹੜਾ ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦਾ, ਇਹਦੀ ਵੀ ਆਪਾਂ ਐਪ ਦੇ ਵਿੱਚ ਵੀਡੀਓ ਦੇ ਵਿੱਚ ਗੱਲਾਂ ਕਰਾਂਗੇ ਇਹਦੇ ਬਾਰੇ ਕਿ ਇਹ ਹੈ ਕੀ ਚੀਜ਼ ਹੈ। ਇਹ ਹੈ ਜਿਹੜਾ ਇਹ ਮਤਲਬ ਕਿਵੇਂ ਇਹ ਆਧੁਨਿਕ ਭਾਸ਼ਾ ਵਿਗਿਆਨ ਦੇ ਵਿੱਚ ਇੱਕ ਸੰਰਚਨਾਤਮਕ ਭਾਸ਼ਾ ਵਿਗਿਆਨ ਟੌਪਿਕ ਕਿਵੇਂ ਨਿਕਲ ਕੇ ਆਉਂਦਾ ਹੈ ਤੇ ਉਹਦੇ ਵਿੱਚ ਕਿਵੇਂ ਮਤਲਬ ਆਪਸ ਦੇ ਵਿੱਚ ਇਹ ਜਿਹੜੇ ਵਿਰੋਧੀ ਜੋੜੇ ਆ, ਵਿਰੋਧਾਰਥਕ ਜੋੜੇ ਆ ਜਿਹੜੇ, ਇਹ ਕਿਵੇਂ ਦੇਖੋ ਇੱਕ ਦੂਜੇ ਦੇ ਨਾਲ ਮਤਲਬ ਕਿਰਿਆ ਕਰਦੇ ਹਨ ਤੇ ਇਹਦਾ ਭਾਸ਼ਾ ਦੇ ਨਾਲ ਕੀ ਸੰਬੰਧ ਹੈ ਇਸ ਚੀਜ਼ ਦਾ, ਇਹ ਵੀ ਆਪਾਂ ਗੱਲ ਕਰਾਂਗੇ। ਹੁਣ ਦੇਖੋ ਜੀ ਆਹ ਜਿਹੜਾ ਭਾਸ਼ਾ ਵਿਗਿਆਨ, ਧੁਨੀ ਵਿਗਿਆਨ ਤੇ ਧੁਨੀ ਵਿਉਂਤ ਵਿਗਿਆਨ ਅਤੇ ਸੰਰਚਨਾਤਮਕ ਭਾਸ਼ਾ ਵਿਗਿਆਨ, ਇਹ ਹੈ ਜਿਹੜਾ। ਤੇ ਇੱਕ ਆ ਗਿਆ ਜੀ ਨੋਆਮ ਚੋਮਸਕੀ ਦਾ ਰੂਪਾਂਤਰੀ ਵਿਆਕਰਣ, ਜਿਹਦੇ ਵਿੱਚ ਉਹਨੇ ਯੋਗਤਾ ਤੇ ਨਿਭਾਓ, ਗਹਿਨ ਸੰਰਚਨਾ ਤੇ ਸਤਹੀ ਸੰਰਚਨਾ ਦੀ ਗੱਲ ਕੀਤੀ ਹੈ। ਨੋਆਮ ਚੋਮਸਕੀ ਨੇ ਇੱਕ ਸਿਧਾਂਤ ਦਿੱਤਾ ਸੀ ਰੂਪਾਂਤਰੀ ਵਿਆਕਰਣ ਦਾ, ਜਿਹਦੇ ਵਿੱਚ ਉਹਨੇ ਯੋਗਤਾ ਤੇ ਨਿਭਾਓ ਦੀ ਗੱਲ ਕੀਤੀ ਹੈ। ਇਹ ਉਸ ਤੋਂ ਬਾਅਦ ਇੱਕ ਉਹਨੇ ਗਹਿਨ ਸੰਰਚਨਾ ਤੇ ਸਤਹੀ ਸੰਰਚਨਾ ਦੀ ਵੀ ਗੱਲ ਕੀਤੀ ਹੈ। ਇਹ ਨੋਆਮ ਚੋਮਸਕੀ ਦੇ ਬਾਰੇ ਵੀ ਆਪਾਂ ਪੜਾਂਗੇ। ਹੁਣ ਦੇਖੋ ਜੀ ਆਹ 4 ਟੌਪਿਕ, ਭਾਸ਼ਾ ਵਿਗਿਆਨ, ਉਸ ਤੋਂ ਬਾਅਦ ਧੁਨੀ ਵਿਗਿਆਨ ਤੇ ਧੁਨੀ ਵਿਉਂਤ ਵਿਗਿਆਨ, ਸੰਰਚਨਾਤਮਕ ਭਾਸ਼ਾ ਵਿਗਿਆਨ ਤੇ ਨੋਆਮ ਚੋਮਸਕੀ ਬਾਰੇ, ਇਹ 4 ਟੌਪਿਕ ਹੈ ਜਿਹੜੇ ਇਹ ਮੇਰੇ ਪਿਆਰੇ ਵਿਦਿਆਰਥੀਓ ਤੁਹਾਨੂੰ ਇੱਕ ਤਾਂ ਬ੍ਰਹਮ ਜਗਦੀਸ਼ ਸਿੰਘ ਵਾਲੀ ਪੁਸਤਕ ਦੇ ਵਿੱਚੋਂ ਮਿਲ ਜਾਣਗੇ, 1 ਨੰਬਰ। ਦੂਸਰਾ ਸਾਡੇ ਡਾਕਟਰ ਪ੍ਰੇਮ ਪ੍ਰਕਾਸ਼ ਵਾਲੀ ਪੁਸਤਕ ਦੇ ਵਿੱਚੋਂ ਵੀ ਮਿਲ ਜਾਣਗੇ। ਹੁਣ ਤੁਸੀਂ ਦੇਖ ਲਓ ਆਹ 2 ਪੁਸਤਕਾਂ ਤੁਹਾਡੇ ਵਾਸਤੇ
ਕਿੰਨੀ ਇੰਪੋਰਟੈਂਸ ਰੱਖਦੀਆਂ ਹਨ। ਤੁਹਾਡੇ ਸਿਲੈਕਸ਼ਨ ਦੇ ਵਿੱਚ ਇਹਨਾਂ ਪੁਸਤਕਾਂ ਦੀ ਕਿੰਨੀ ਵੱਡੀ ਭੂਮਿਕਾ ਹੋ ਸਕਦੀ ਹੈ, ਤੁਸੀਂ ਸੋਚ ਨਹੀਂ ਸਕਦੇ। ਤੁਹਾਡੀ ਸੋਚ ਤੋਂ ਬਾਹਰ ਹੋ ਜੂਗੀ ਇਹ ਗੱਲ ਜਦੋਂ ਤੁਸੀਂ ਇਸ ਪੁਸਤਕਾਂ ਦੇ ਰਾਹੀਂ ਤਿਆਰੀ ਕਰੋਗੇ। 2 ਪੁਸਤਕਾਂ ਖਾਸ ਕਰਕੇ ਇਹ ਭਾਸ਼ਾ ਵਿਗਿਆਨ ਸੰਬੰਧੀ ਪੁਸਤਕਾਂ। ਹੁਣ ਦੇਖੋ ਜੀ ਅੱਗੇ, ਹੁਣ ਆ ਗਈ ਜੀ ਗੱਲ ਤੁਹਾਡੇ ਧਿਆਨ ਦੇ ਵਿੱਚ। ਅੱਛਾ, ਅੱਗੇ ਆਪਾਂ ਗੱਲ ਛੇੜਦੇ ਆ। ਹੁਣ ਦੇਖੋ ਜੀ ਕੁਝ ਹੋਰ ਦੇ ਰੱਖਿਆ। ਇੱਕ ਤਾਂ ਅੱਛਾ ਨਵਾਬ ਚਮਸਕੀ ਤੱਕ ਗੱਲ ਆਪਣੀ ਕਲੀਅਰ ਹੋ ਗਈ। ਉੱਪਰਲੇ 4 ਹੈ ਜਿਹੜੇ 1 2 3 4 ਇਹ ਤੁਹਾਨੂੰ ਜਿਹੜੀਆਂ ਭਾਸ਼ਾ ਵਿਗਿਆਨ ਦੀਆਂ 2 ਪੁਸਤਕਾਂ ਲਿਖਾਈਆਂ ਉਹਦੇ ਵਿੱਚੋਂ ਤੁਹਾਨੂੰ ਮਿਲ ਜਾਣਗੇ। ਟੌਪਿਕ ਸ਼ਾਨਦਾਰ ਤਰੀਕੇ ਨਾਲ ਕਲੀਅਰ ਹੋਏ ਹੋਏ ਮਿਲਣਗੇ। ਉਸ ਤੋਂ ਬਾਅਦ ਦੇਖੋ ਜੀ 5 ਨੰਬਰ ਤੇ ਆ ਜਾਓ, ਭਾਰਤੀ ਕਾਵਿ ਸ਼ਾਸਤਰ ਰਸ ਸਿਧਾਂਤ। ਕਿਉਂਕਿ ਜਿਹੜਾ ਇਹ ਰਸ ਸਿਧਾਂਤ ਹੈ ਜਿਹੜਾ ਉਹ ਇਹ ਸਾਡੇ ਭਾਰਤ ਦੇ ਕਾਵਿ ਸ਼ਾਸਤਰੀਆਂ ਨੇ ਦਿੱਤਾ ਹੈ। ਰਸ ਦੀ ਨਿਸ਼ਕਤੀ ਕਿੱਥੋਂ ਹੁੰਦੀ ਹੈ ਅਤੇ ਉਸ ਦਾ ਸਧਾਰਨੀਕਰਨ ਕਿਵੇਂ ਹੁੰਦਾ ਹੈ, ਇਸ ਦੀ ਵੀ ਗੱਲ ਛੇੜਾਂਗੇ ਆਪਾਂ। ਭਾਰਤੀ ਕਾਵਿ ਸ਼ਾਸਤਰ ਇਹ ਹੈ ਜਿਹੜੀ ਇਹ ਗੱਲ ਕਰਨੀ ਹੈ ਜੀ। ਉਸ ਤੋਂ ਬਾਅਦ ਆ ਜਾਓ ਜੀ ਪੱਛਮੀ ਕਾਵਿ ਸ਼ਾਸਤਰ ਦੇ ਵਿੱਚ ਅਰਸਤੂ ਦਾ ਅਨੁਕਰਨ ਸਿਧਾਂਤ, ਵਿਰੇਚਨ ਅਤੇ ਤਰਾਸਦੀ। ਕਿਵੇਂ ਉਹ ਮਤਲਬ ਅਰਸਤੂ ਹੈ ਜਿਹੜਾ ਉਹ ਆਪਣੇ ਗੁਰੂ ਪਲੇਟੋ ਦੀ ਗੱਲ ਨੂੰ ਕਿਵੇਂ ਮਤਲਬ ਕੱਟਦਾ ਹੈ, ਜਦੋਂ ਇਹਦਾ ਗੁਰੂ ਕਹਿੰਦਾ ਹੈ ਕਿ ਜਿਹੜਾ ਇੱਕ ਸਾਹਿਤ ਆ ਉਹ ਅਨੁਕਰਨ ਦਾ ਅਨੁਕਰਨ ਹੈ। ਪਰ ਇਹ ਕਹਿੰਦਾ ਜੀ ਨਹੀਂ, ਅਰਸਤੂ ਕਹਿੰਦਾ ਵੀ ਇਸ ਜਿਹੜਾ ਇੱਕ ਚੰਗਾ ਸਾਹਿਤਕਾਰ ਹੈ ਉਹ ਅਨੁਕਰਨ ਦੇ ਨਾਲ ਨਾਲ ਕੁਝ ਆਪਣੇ ਵੱਲੋਂ ਵੀ ਕੁਝ ਸੰਰਚਨਾਤਮਕ ਕਿਰਿਆਵਾਂ ਕਰਕੇ ਉਸ ਸਾਹਿਤ ਨੂੰ ਨਵਾਂ ਰੂਪ ਦਿੰਦਾ ਹੈ। ਇਹ ਗੱਲ ਆਪਾਂ ਛੇੜਾਂਗੇ। ਵਿਰੇਚਨ ਦੀ ਗੱਲ ਵੀ ਕਰੂਗਾ। ਕਿਉਂਕਿ ਅਰਸਤੂ ਆਪ ਇੱਕ ਵੈਦ ਦਾ ਮੁੰਡਾ ਹੈ ਤੇ ਵੈਦ ਦਾ ਮੁੰਡਾ ਹੈ। ਵਿਰੇਚਨ ਮਤਲਬ ਇੱਕ ਇਸ ਤਰ੍ਹਾਂ ਦੀ ਇੱਕ ਕਹਿ ਲਓ ਤੁਸੀਂ ਵੀ ਦਵਾਈ ਜਿਹਦੇ ਨਾਲ ਸਾਡੇ ਮਿਹਦੇ ਦੇ ਵਿਕਾਰ ਹੁੰਦੇ ਆ ਨਾ, ਉਹਨਾਂ ਨੂੰ ਮਿਹਦੇ ਦੇ ਵਿਕਾਰਾਂ ਨੂੰ ਦੂਰ ਕਰਨ ਵਾਸਤੇ। ਸੋ ਇਹ ਹੈ ਜਿਹੜਾ ਇਹ ਸ਼ਬਦ ਅਰਸਤੂ ਨੇ ਕਿਵੇਂ ਸਾਹਿਤ ਦੇ ਵਿੱਚ ਯੂਜ਼ ਕੀਤਾ ਹੈ, ਇਹ ਵੀ ਦੇਖਾਂਗੇ ਆਪਾਂ। ਤਰਾਸਦੀ ਦਾ ਸਿਧਾਂਤ ਹੈ ਜਿਹੜਾ, ਤਰਾਸਦੀ ਆਪਾਂ ਦੁੱਖ ਨੂੰ ਦੁਖਾਂਤ ਨੂੰ ਕਹਿ ਦਿੰਦੇ ਆ ਨਾ, ਕਿਉਂਕਿ ਇਹ ਯੂਨਾਨੀ ਹੈ, ਯੂਨਾਨ ਦਾ ਅਰਸਤੂ। ਤੇ ਯੂਨਾਨੀ ਨਾਟ ਪਰੰਪਰਾ ਦੇ ਵਿੱਚ ਕੀ ਸੀ, ਯੂਨਾਨੀ ਨਾਟ ਪਰੰਪਰਾ ਦਾ ਜਿਹੜਾ ਅੰਤ ਸੀ ਉਹ ਦੁਖਾਂਤ ਸੀ। ਉਸ ਦਾ ਅੰਤ ਦੇ ਵਿੱਚ ਜਿਹੜਾ ਮਤਲਬ ਉਸ ਨਾਟਕ ਦਾ ਜਿਹੜਾ ਐਕਟਰ ਸੀ, ਅਭਿਨੇਤਾ, ਉਹ ਕਿਸੇ ਪ੍ਰਸਥਿਤੀਆਂ ਦੇ ਵੱਸ ਪੈ ਕੇ ਤੇ ਉਸ ਉੱਪਰ ਕੋਈ ਮਾੜੀ ਵਿਪਤਾ ਆ ਜਾਂਦੀ ਸੀ, ਇਸ ਕਰਕੇ ਨਾਟਕ ਦਾ ਅੰਤ ਦੁਖਾਂਤ ਹੁੰਦਾ ਸੀ। ਫਿਰ ਉਸਨੇ ਤਰਾਸਦੀ ਨੂੰ ਕਿਵੇਂ ਸਾਹਿਤ ਦੇ ਨਾਲ ਜੋੜਦਾ ਹੈ। ਅਤੇ ਉਸ ਤੋਂ ਬਾਅਦ ਜੀ ਲੋਂਜਾਈਨਸ ਦਾ ਉਦਾਤ ਸੰਕਲਪ, ਉਹਦੇ ਪ੍ਰਕਿਰਤੀ ਸੋਮੇ ਅਤੇ ਵਿਰੋਧੀ ਤੱਤ। ਫਿਰ ਆ ਚੁੱਕਾ ਜੀ ਰੂਸੀ ਰੂਪਵਾਦ। ਰੂਸ ਦੇ ਵਿੱਚ ਇੱਕ ਲਹਿਰ ਚੱਲਦੀ ਹੈ ਜੀ ਰੂਪਵਾਦ। ਉਹਦਾ ਥੀਮ ਕੀ ਸੀ, ਉਹਦਾ ਮੋਟਿਵ ਕੀ ਸੀ, ਵਿਗੋਪਨ, ਫੇਬੂਲਾ, ਸੁਜੇਤ, ਅਜਨਬੀਕਰਨ ਅਤੇ ਕਾਵ ਭਾਸ਼ਾ। ਇਹ ਸ਼ਬਦਾਵਲੀ ਕੀ ਹੈ, ਇਹ ਉਲਟੀ ਸਿੱਧੀ ਜੀ ਸ਼ਬਦਾਵਲੀ ਕੀ ਚੀਜ਼ ਹੈ, ਇਹ ਵੀ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਰੂਸੀ ਰੂਪਵਾਦ ਪੜਾਂਗੇ। ਕਿਵੇਂ ਉਹ ਲਹਿਰ ਚੱਲਦੀ ਹੈ, ਸਾਹਿਤ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਤੇ ਉਸ ਲਹਿਰ ਦੇ ਵਿੱਚ ਆ ਜਿਹੜੀ ਸ਼ਬਦਾਵਲੀ ਕਿਵੇਂ ਉੱਭਰ ਕੇ ਆਉਂਦੀ ਹੈ, ਇਹ ਸ਼ਬਦਾਵਲੀ ਦਾ ਕੀ ਆਧਾਰ ਹੈ, ਇਹ ਹੈ ਕਿਸ ਵਾਸਤੇ। ਉਸ ਤੋਂ ਬਾਅਦ ਕੀ ਕਰਾਂਗੇ ਕਿ ਇਹ ਜਿਹੜੇ ਰੂਸੀ ਰੂਪਵਾਦ ਦੀ ਲਹਿਰ ਹੈ ਜਿਹੜੀ, ਇਹ ਕਿਵੇਂ ਹੌਲੀ ਹੌਲੀ ਇਹ ਆਪਣੇ ਮਤਲਬ ਹੌਲੀ ਹੌਲੀ ਇਹ ਆਪਣੇ ਆਪ ਦੇ ਵਿੱਚ ਖਤਮ ਹੋ ਜਾਂਦੀ ਹੈ ਜਾਂ ਘਟ ਜਾਂਦੀ ਹੈ ਇਹਦਾ ਪ੍ਰਭਾਵ। ਉਸ ਤੋਂ ਬਾਅਦ ਪ੍ਰਮੁੱਖ ਪੰਜਾਬੀ ਆਲੋਚਕ ਸੰਤ ਸਿੰਘ ਸੇਖੋਂ, ਇੱਕ ਅਤਰ ਸਿੰਘ ਅਤੇ ਡਾਕਟਰ ਹਰਭਜਨ ਸਿੰਘ। ਇਹ ਆਪਾਂ ਗੱਲ ਕਰਾਂਗੇ ਇਹਨਾਂ ਬਾਰੇ, ਕਿਉਂਕਿ ਇਹ ਜਿਹੜਾ ਸੰਤ ਸਿੰਘ ਸੇਖੋਂ ਆ ਇਹ ਜਿਹੜਾ ਹੈ ਇਹ ਸਾਡਾ ਪ੍ਰਗਤੀਵਾਦੀ ਆਲੋਚਕ ਮੰਨਿਆ ਗਿਆ ਹੈ। ਉਸ ਤੋਂ ਬਾਅਦ ਹੈ ਜੀ ਇਹ ਅਤਰ ਸਿੰਘ ਹੈ ਜਿਹੜਾ, ਇਹ ਵੀ ਇੱਕ ਆਲੋਚਕ ਹੈ। ਡਾਕਟਰ ਹਰਭਜਨ ਸਿੰਘ ਵੀ ਇੱਕ ਸਾਡਾ ਆਲੋਚਕ ਹੈ। ਇਹਨਾਂ ਦੇ ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਕਿ ਇਹਨਾਂ ਆਲੋਚਕਾਂ ਨੇ ਕਿਸ ਬਾਰੇ ਗੱਲ ਕੀਤੀ ਹੈ, ਕਿਸ ਦੀ ਆਲੋਚਨਾ ਕੀਤੀ ਹੈ। ਆਲੋਚਕ ਸ਼ਬਦ, ਆਲੋਚਨਾ ਸ਼ਬਦ ਦੇ ਵਿੱਚ ਬੜਾ ਕੁਝ ਛੁਪਿਆ ਹੋਇਆ ਹੈ। ਆਲੋਚਨਾ ਦਾ ਮਤਲਬ ਤੁਸੀਂ ਇਸ ਤਰ੍ਹਾਂ ਸਮਝੋ ਵੀ ਜਿਵੇਂ ਕਿਸੇ ਸਾਹਿਤ ਦੀ ਕੋਈ ਰਚਨਾ ਦੀਆਂ ਕਮੀਆਂ ਤੇ ਖੂਬੀਆਂ ਨੂੰ ਸਾਹਮਣੇ ਲਿਆਉਣਾ, ਉਹਨਾਂ ਦੋਨਾਂ ਸ਼ਬਦਾਂ ਨੂੰ ਹੀ ਆਲੋਚਨਾ ਮੰਨਿਆ ਗਿਆ ਹੈ। ਇਹ ਜਿਹੜੇ 4 ਭਾਰਤੀ ਕਾਵਿ ਸ਼ਾਸਤਰ, ਅਰਸਤੂ ਦਾ ਅਨੁਕਰਨ,
ਜਿਹਦੇ ਅਨੁਕਰਨ ਵਿਰੇਚਨ ਤੇ ਤਰਾਸਦੀ ਦਾ ਸਿਧਾਂਤ, ਲੋਜਾਈਨਸ ਦਾ ਉਦਾਤ ਸੰਕਲਪ, ਰੂਸੀ ਰੂਪਵਾਦ, ਪ੍ਰਮੁੱਖ ਪੰਜਾਬੀ ਆਲੋਚਕ ਸੰਤ ਸਿੰਘ ਸੇਖੋਂ, ਅਤਰ ਸਿੰਘ ਅਤੇ ਡਾਕਟਰ ਹਰਭਜਨ ਸਿੰਘ। ਇਹ ਤੁਹਾਨੂੰ 5 ਟੌਪਿਕ 5 ਤੋਂ ਲੈ ਕੇ 9 ਤੱਕ ਇਹ 5 ਟੌਪਿਕ ਤੁਸੀਂ ਪੜ੍ਹਨੀ ਹੈ ਜੀ। ਕਿਤਾਬ ਜਿਹਦਾ ਨਾਮ ਹੈ, ਹਾਂਜੀ हाँ आप ਇਹਦਾ ਨਾਮ ਕੋਸ਼ਿਸ਼ ਕਰਦੇ ਹਾਂ ਇੱਥੇ ਲਿਖ ਦਿੰਦੇ ਹਾਂ। ਇਸ ਪੁਸਤਕ ਦਾ ਨਾਮ ਹੈ ਜੀ, ਇਹ ਜਿਹੜੀ ਹੈਗੀ ਆ ਇਹ 5 ਨੰਬਰ ਤੋਂ ਲੈ ਕੇ 9.5 ਨੰਬਰ ਤੱਕ ਇੱਥੋਂ ਤੱਕ ਪੁਸਤਕ ਦਾ ਨਾਮ ਹੈ ਜੀ ਆਲੋਚਨਾ ਅਤੇ ਪੰਜਾਬੀ ਆਲੋਚਨਾ। ਮੇਰਾ ਕਹਿਣ ਦਾ ਮਤਲਬ ਵੀ ਆਲੋਚਨਾ ਅਤੇ ਪੰਜਾਬੀ ਆਲੋਚਨਾ, ਆਲੋਚਨਾ ਅਤੇ ਪੰਜਾਬੀ ਆਲੋਚਨਾ, ਆਲੋਚਨਾ ਅਤੇ ਪੰਜਾਬੀ ਆਲੋਚਨਾ। ਇਹ ਪੁਸਤਕ ਹੈ ਜਿਹੜੀ, ਇਹ ਰਾਈਟਰ ਦਾ ਨਾਮ ਤੁਹਾਡੇ ਸਾਹਮਣੇ ਇੱਕ ਵਾਰੀ ਆ ਚੁੱਕਿਆ ਹੈ। ਰਾਈਟਰ ਦਾ ਨਾਮ ਹੈ ਜੀ ਰਾਜਿੰਦਰ ਸਿੰਘ ਸੇਖੋਂ, ਜਿਸ ਨੇ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ ਪੁਸਤਕ ਲਿਖੀ ਹੈ। ਰਾਈਟਰ ਦਾ ਨਾਮ ਰਾਜਿੰਦਰ ਸਿੰਘ ਸੇਖੋਂ ਤੇ ਪੁਸਤਕ ਦਾ ਨਾਮ ਆਲੋਚਨਾ ਅਤੇ ਪੰਜਾਬੀ ਆਲੋਚਨਾ। ਇਹਦੇ ਵਿੱਚੋਂ ਇਹ ਜਿਹੜੀ ਪੁਸਤਕ ਹੈ ਇਹਦੇ ਵਿੱਚੋਂ ਸਾਰੇ ਟੌਪਿਕ ਤੁਹਾਨੂੰ ਬਹੁਤ ਵਧੀਆ ਕਲੀਅਰ ਹੋਏ। ਇਹਨਾਂ ਦੇ ਤੱਥ ਬਹੁਤ ਸ਼ਾਨਦਾਰ ਤਰੀਕੇ ਨਾਲ ਇਸ ਪੁਸਤਕ ਦੇ ਵਿੱਚੋਂ ਤੁਹਾਨੂੰ ਮਿਲ ਜਾਣਗੇ। ਇੱਕ ਹੀ ਪੁਸਤਕ ਪੜ੍ਹਨ ਦੀ ਲੋੜ ਹੈ ਤੁਹਾਨੂੰ ਬਸ ਇਹਦੇ ਵਾਸਤੇ। ਅੱਗੇ ਦੇਖ ਲਓ ਜੀ, ਲੋਕ ਸਾਹਿਤ ਦਾ ਸਰੂਪ ਅਤੇ ਵਰਗੀਕਰਨ। ਇਹ ਵੀ ਤੁਹਾਨੂੰ ਉਹ ਜਿਹੜੀ ਲੋਕ ਸਾਹਿਤ ਜਿਹੜੀ ਬੁੱਕ ਆਪਣੀ ਹੈਗੀ ਆ ਪੁਸਤਕ ਜਿਹੜੀ ਲੋਕ ਧਾਰਾ ਤੇ ਉਹਦੇ ਵਿੱਚੋਂ ਹੀ ਮਿਲ ਜੂਗਾ। ਲੋਕ ਸਾਹਿਤ ਵਾਲਾ ਵੀ ਟੌਪਿਕ ਤੁਹਾਨੂੰ ਉਹਦੇ ਵਿੱਚੋਂ ਹੀ ਮਿਲ ਜੂਗਾ। ਜਿਹੜੀ ਹੈਗੀ ਸੀਗੀ ਬਲਵੀਰ ਸਿੰਘ ਪੂਨੀ ਵਾਲੀ ਪੁਸਤਕ ਉਹਦੇ ਵਿੱਚੋਂ ਹੀ ਮਿਲ ਜੂਗਾ। ਪੰਜਾਬੀ ਨਾਟਕ ਅਤੇ ਰੰਗਮੰਚ, ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਹੁਣ ਇਹ ਆ ਦੇਖੋ, ਇਹ ਜਦੋਂ ਤੁਸੀਂ ਇਹ ਜਿਹੜਾ ਟੌਪਿਕ ਹੈ ਪੰਜਾਬੀ ਨਾਟਕ ਦਾ 11 ਨੰਬਰ ਜਿਹੜਾ ਦੇ ਰੱਖਿਆ ਹੈ, ਪੰਜਾਬੀ ਨਾਟਕ ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਪੰਜਾਬੀ ਨਾਟਕ ਅਤੇ ਰੰਗਮੰਚ, ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਇਹ ਤੁਹਾਨੂੰ ਇੱਕ ਤਾਂ ਪੰਜਾਬੀ ਸਾਹਿਤ ਦਾ ਇਤਿਹਾਸ ਬ੍ਰਹਮ ਜਗਦੀਸ਼ ਸਿੰਘ, ਜਦੋਂ ਉਹਦੇ ਵਿੱਚ ਤੁਸੀਂ ਨਾਟਕ ਵਾਲਾ ਮਤਲਬ ਪੜ੍ਹਨਾ ਸ਼ੁਰੂ ਕਰੋਗੇ ਪੰਜਾਬੀ ਨਾਟਕ ਦਾ ਇਤਿਹਾਸ, ਉਹਦੇ ਵਿੱਚ ਸ਼ੁਰੂ ਦੇ ਵਿੱਚ ਆਰੰਭ, ਵਿਕਾਸ ਤੇ ਵਿਸ਼ੇਸ਼ਤਾਵਾਂ ਦਿੱਤੀਆਂ ਹੁੰਦੀਆਂ ਇੱਕ ਤਾਂ। ਇੱਕ ਦੂਸਰਾ ਜਦੋਂ ਰਜਿੰਦਰ ਸਿੰਘ ਸੇਖੋਂ ਵਾਲੀ ਪੁਸਤਕ ਪੜ੍ਹੋਗੇ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ, ਉਹਦੇ ਵਿੱਚ ਵੀ ਤੁਹਾਨੂੰ ਦਿੱਤਾ ਹੋਇਆ ਮਿਲ ਜੂਗਾ। ਫਿਰ ਜਦੋਂ ਤੁਸੀਂ ਪੰਜਾਬੀ ਨਾਟਕ ਬਾਰੇ 12ਵੀਂ ਵਾਲੀ ਪੁਸਤਕ ਦੇ ਵਿੱਚ ਵੀ ਦਿੱਤਾ ਹੋਇਆ ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਜਦੋਂ ਨਾਟਕ ਦਾ ਇਤਿਹਾਸ ਸ਼ੁਰੂ ਹੁੰਦਾ, ਪੰਜਾਬੀ ਸਾਹਿਤ ਦਾ ਇਤਿਹਾਸ 12ਵੀਂ ਵਾਲੀ ਪੁਸਤਕ ਦੇ ਵਿੱਚ ਵੀ ਦੇ ਰੱਖਿਆ ਹੈ। ਹੁਣ ਇਹਦੇ ਵਿੱਚ ਦੇਖੋ BA ਦੀਆਂ ਜਿਹੜੀਆਂ ਪੁਸਤਕਾਂ ਤੁਸੀਂ ਪੜ੍ਹ ਲਓ, ਕਿਉਂਕਿ ਗਾਈਡ ਪੜ੍ਹਨ ਦਾ ਤਾਂ ਕੋਈ ਫਾਇਦਾ ਨਹੀਂ। ਗਾਈਡ ਅਗਰ ਕਿਤੋਂ ਕੋਈ ਮਿਲਦੀ ਆ ਤਾਂ ਉਹਦੇ ਵਿੱਚ ਥੋੜਾ ਜਿਹਾ ਫਾਇਦਾ ਇਹ ਹੈ ਤੁਹਾਨੂੰ, BA ਦੇ ਵਿੱਚੋਂ ਦੇਖੋ ਕੋਈ ਪੋਰਸ਼ਨ ਕਲੀਅਰ ਕਰਨ ਦਾ ਕੋਈ ਮਤਲਬ ਨਹੀਂ ਗਾ, ਕਿਉਂਕਿ BA ਵਾਲਾ ਪੋਰਸ਼ਨ ਹੈ ਜਿਹੜਾ ਉਹ ਤੁਹਾਡਾ MA ਵਾਲੀ ਬੁੱਕਸ ਦੇ ਵਿੱਚੋਂ ਹੋ ਜਾਊਗਾ, ਜਿਹੜੀਆਂ ਮੈਂ ਤੁਹਾਨੂੰ ਲਿਖਵਾ ਦਿੱਤੀਆਂ ਹਨ। MA ਵਾਲੀਆਂ ਕਿਤਾਬਾਂ ਉਹਦੇ ਵਿੱਚੋਂ ਕਲੀਅਰ ਹੋ ਜਾਊਗਾ ਤੁਹਾਡਾ। ਹਾਂਜੀ, ਆਹ ਜਿਹੜੀਆਂ ਪੁਸਤਕਾਂ ਇਹਦੇ ਵਿੱਚੋਂ ਤੁਹਾਡਾ BA ਵਾਲਾ ਪੋਰਸ਼ਨ ਵੀ ਕਲੀਅਰ ਹੋ ਜਾਊਗਾ। ਇੱਕ ਪੁਸਤਕ ਤੁਹਾਡੀ ਮੈਂ ਆਹ ਲਿਖਾਈ ਸੀ ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰ ਬਲਵੀਰ ਸਿੰਘ ਪੂਨੀ ਦੀ, ਤੇ ਇੱਥੇ ਹੀ ਮੈਂ ਉਹ ਵੀ ਲਿਖ ਦਿੰਦਾ ਸਾਡੀ ਆਲੋਚਨਾ ਅਤੇ ਪੰਜਾਬੀ ਆਲੋਚਨਾ, ਆਲੋਚਨਾ ਅਤੇ ਪੰਜਾਬੀ ਆਲੋਚਨਾ, ਆਲੋਚਨਾ ਅਤੇ ਪੰਜਾਬੀ ਆਲੋਚਨਾ। ਹੁਣ ਇਹ ਪੁਸਤਕ ਹੈ ਜਿਹੜੀ ਆਲੋਚਨਾ ਅਤੇ ਪੰਜਾਬੀ ਆਲੋਚਨਾ। ਇਹ ਹੈ ਜਿਹੜੀ ਇਹਦਾ ਨਾਮ ਹੈ ਰਾਈਟਰ ਦਾ ਰਾਜਿੰਦਰ ਸਿੰਘ ਸੇਖੋਂ। ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ, ਜਿਹੜਾ ਰੂਸੀ ਰੂਪਵਾਦ, ਲੋਜਾਈਨਸ ਵਾਲਾ, ਅਰਸਤੂ ਦਾ ਕਾਵਿ ਸ਼ਾਸਤਰ, ਭਾਰਤੀ ਰਸ ਸਿਧਾਂਤ, ਇਹ ਸਾਰੇ ਇਹਦੇ ਵਿੱਚੋਂ ਰਾਜਿੰਦਰ ਸਿੰਘ ਸੇਖੋਂ ਵਾਲੀ ਬੁੱਕ ਦੇ ਵਿੱਚੋਂ ਤੁਹਾਡੇ ਕਲੀਅਰ ਹੋ ਜਾਣਗੇ। ਇਸ ਤੋਂ ਚੰਗੇ ਕਲੀਅਰ ਕੋਈ ਬੁੱਕ ਨਹੀਂ ਕਰ ਸਕਦੀ। ਹੋਰ ਦੱਸੋ ਇਸ ਤੋਂ ਉੱਤੇ ਕੀ ਕਮਾਉਣਾ ਹੈ। ਪੰਜਾਬੀ ਨਾਟਕ ਅਤੇ ਰੰਗਮੰਚ ਵਾਲਾ ਵੀ ਮੈਂ ਤੁਹਾਨੂੰ ਦੱਸਤਾ, ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਥੋੜਾ ਥੋੜਾ ਪੋਰਸ਼ਨ ਕਰਕੇ ਇਕੱਠਾ ਹੋ ਜੂਗਾ ਇਹ ਇੱਕਦਮ। ਅੱਛਾ, ਹੁਣ ਆ ਜਾਓ ਜੀ ਆਪਣਾ, ਹਾਂਜੀ ਹਾਂਜੀ ਪਿਆਰੇ ਵਿਦਿਆਰਥੀਓ, ਹੁਣ ਆਪਣੇ ਆ ਜਾਓ ਭਾਗ ਚੌਥੇ ਤੇ। ਸਿੱਖਿਆ ਮਨੋਵਿਗਿਆਨ, ਸਿੱਖਿਆ ਸ਼ਾਸਤਰ, ਸਿੱਖਣ ਸਿਖਾਉਣ ਦੀ ਸਮੱਗਰੀ, ਅਧਿਆਪਨ ਅਤੇ ਸਿੱਖਣ ਪ੍ਰਕਿਰਿਆ ਵਿੱਚ ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ। ਉਸ ਤੋਂ ਬਾਅਦ ਦੇ ਰੱਖਿਆ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼। ਦੇਖੋ ਆਹ ਪੋਰਸ਼ਨ ਆ ਦਿੱਤਾ ਹੋਇਆ ਨਾ ਜਿਹੜਾ ਆਹ ਇਹਦੇ ਵਿੱਚੋਂ ਤਾਂ ਦੇਖੋ
ਸਿੱਖਣ ਸਿਖਾਉਣ ਸਮੱਗਰੀ ਵਾਲੀ ਚਲੋ ਗੱਲ ਆਪਾਂ ਠੀਕ ਹੈ ਕਰ ਲੈਂਦੇ ਹਾਂ। ਲੋਕ ਧਾਰਾ ਤੇ ਸੱਭਿਆਚਾਰ, ਹਾਂ ਠੀਕ ਹੈ। ਭਾਸ਼ਾ ਸਿੱਖਿਆ ਮਨੋਵਿਗਿਆਨ, ਇਹਦੇ ਵਿੱਚੋਂ ਇੱਕ ਤਾਂ ਮੈਂ ਤੁਹਾਨੂੰ ਬੁੱਕ ਦਾ ਨਾਮ ਤੁਹਾਨੂੰ ਵਾਰੀ ਦੱਸਦਾ ਰਹਿਣਾ ਹੈ ਵੀ ਜਿਹੜੀ ਪੰਜਾਬੀ ਭਾਸ਼ਾ ਦਾ ਅਧਿਆਪਨ ਹੈ ਨਾ, ਇੰਦਰਦੇਵ ਸਿੰਘ ਨੰਦਰਾ ਦੀ ਪੁਸਤਕ, ਉਸ ਤੋਂ ਬੈਸਟ ਪੁਸਤਕ ਹੀ ਕੋਈ ਨਹੀਂ ਹੈਗੀ। ਅਗਰ ਤੁਸੀਂ ਉਸ ਪੁਸਤਕ ਨੂੰ 3-4 ਵਾਰ ਪੜ੍ਹ ਲੈਂਦੇ ਹੋ ਤਾਂ ਇਹਦੇ ਵਿੱਚੋਂ ਸਾਰਾ ਪੋਰਸ਼ਨ ਤੁਹਾਡਾ 30% ਹੈ ਜਿਹੜੇ ਸ਼ਾਨਦਾਰ ਤਰੀਕੇ ਨਾਲ ਕਲੀਅਰ ਹੋ ਜਾਣਗੇ। ਕਿਉਂਕਿ ਇਹਦਾ ਵੀ ਕੋਈ ਮਤਲਬ, ਇੱਕ ਤਾਂ ਇਹਦੇ ਵਿੱਚ ਦੇਖੋ ਦੇ ਰੱਖਿਆ ਵੀ ਸਿੱਖਿਆ ਮਨੋਵਿਗਿਆਨ, ਸਾਈਕੋਲੋਜੀ ਹੈ ਜਿਹੜੀ ਉਹ ਨਹੀਂ ਆਉਂਦੀ, ਕਿ ਲਗਭਗ ਨਹੀਂ ਆਉਂਦੀ ਸਾਈਕੋਲੋਜੀ, ਕਿਉਂਕਿ ਪਿਛਲੀ ਵਾਰ ਦਾ ਪੇਪਰ ਤੁਸੀਂ ਉਠਾ ਕੇ ਦੇਖੋ ਵੀ ਪੰਜਾਬੀ ਦੇ ਵਿੱਚ ਸਾਈਕੋਲੋਜੀ ਦੇ ਕਿੰਨੇ ਕੁ ਪ੍ਰਸ਼ਨ ਆਏ ਆ, ਤੁਸੀਂ ਦੇਖ ਲਿਓ, ਤੇ ਲਗਭਗ ਸਾਰੇ ਪ੍ਰਸ਼ਨ ਤੁਹਾਨੂੰ ਅੱਜ ਇਹਦੇ ਵਿੱਚੋਂ ਆਏ। ਮਾਤ ਭਾਸ਼ਾ ਸਿੱਖਿਆ ਦੇ ਉਦੇਸ਼, ਸਿਧਾਂਤ ਤੇ ਮਹੱਤਵ, ਭਾਸ਼ਾਈ ਕੌਸ਼ਲ, ਸੁਣਨਾ ਬੋਲਣਾ ਪੜ੍ਹਨਾ ਲਿਖਣਾ, ਇਹਨਾਂ ਦੀ ਸਿੱਖਿਆ, ਭਾਸ਼ਾ ਤੇ ਸਾਹਿਤ ਦੀਆਂ ਅਧਿਆਪਨ ਵਿਧੀਆਂ, ਕਵਿਤਾ ਵਾਰਤਕ ਵਿਆਕਰਣ, ਲੋਕ ਧਾਰਾ ਤੇ ਸੱਭਿਆਚਾਰ। ਭਾਸ਼ਾ ਸਿੱਖਿਆ ਲਈ ਵਰਤੀ ਜਾਂਦੀ ਸਿੱਖਣ ਸਿਖਾਉਣ ਸਮੱਗਰੀ ਅਤੇ ਦ੍ਰਿਸ਼ ਸਾਧਨ, ਪਾਠ ਯੋਜਨਾ ਦੇ ਅਰਥ ਉਦੇਸ਼ ਅਤੇ ਨਿਰਮਾਣ ਵਿਧੀਆਂ, ਮੁਲਾਂਕਣ ਦੀਆਂ ਵਿਧੀਆਂ, ਨਿਰੰਤਰ ਅਤੇ ਵਿਆਪਕ ਮੁਲਾਂਕਣ ਪ੍ਰਕਿਰਿਆ। ਇਹ ਹੈ ਜਿਹੜਾ ਇਹ ਸਾਡਾ ਉਹ CCE, ਕੰਪ੍ਰੈਹੈਂਸਿਵ ਐਂਡ ਕੰਟੀਨਿਊਸ ਇਵੈਲੂਏਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਉਹ ਹੈ ਸਾਡਾ। ਅੱਛਾ, ਇਹਦੇ ਵਿੱਚ ਜਿਹੜੀਆਂ ਪੁਸਤਕਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨੇ ਦੇ ਵਿੱਚ ਇਹ ਤਾਂ ਇੱਕ ਤਾਂ ਹੈਗੀ ਆ ਪੰਜਾਬੀ ਭਾਸ਼ਾ ਦਾ ਅਧਿਆਪਨ, ਇੰਦਰਦੇਵ ਸਿੰਘ ਨੰਦਰਾ। ਇੱਕ ਪੁਸਤਕ ਦਾ ਨਾਮ ਹੈਗਾ ਜੀ ਪੰਜਾਬੀ ਭਾਸ਼ਾ ਦਾ ਅਧਿਆਪਨ, ਪੰਜਾਬੀ ਭਾਸ਼ਾ ਦਾ ਅਧਿਆਪਨ, ਤੇ ਰਾਈਟਰ ਦਾ ਨਾਮ ਤੁਹਾਨੂੰ ਪਤਾ ਹੀ ਹੈ ਜੀ, ਇੰਦਰਦੇਵ ਸਿੰਘ ਨੰਦਰਾ। ਪੈਡਾਗੋਜੀ ਦੀ ਸਭ ਤੋਂ ਅੱਛੀ ਬੁੱਕ ਹੈ ਜੀ, ਇਹ ਸਭ ਤੋਂ ਸ਼ਾਨਦਾਰ ਬੁੱਕ ਹੈ ਜੀ। ਇਹਦਾ ਵੀ ਨਾਮ ਸਟੂਡੈਂਟ ਕਈ ਗਲਤ ਉਚਾਰਨ ਕਰਦੇ ਆ, ਵੈਸੇ ਹੀ ਮੈਂ ਮਜ਼ਾਕੀਆ ਤੌਰ ਤੇ ਦੱਸ ਰਿਹਾ। ਸਰ ਜੀ ਇੰਦਰਦੇਵ ਸਿੰਘ ਨੰਦਰਾ ਦੀ ਬੁੱਕ, ਨੰਦਰਾ ਨੈਨੂੰ ਟਿੱਪੀ ਨੰਦਰਾ ਦੀ ਬੁੱਕ ਜੀ ਅਸੀਂ ਲੈ ਆਂਦੀ ਹੈ ਜੀ। ਅੱਛਾ ਠੀਕ ਹੈ ਜੀ, ਵਧੀਆ ਕੀਤਾ। ਪੰਜਾਬੀ ਭਾਸ਼ਾ ਦਾ ਅਧਿਆਪਨ ਇੰਦਰਦੇਵ ਸਿੰਘ ਨੰਦਰਾ ਦੀ ਬੁੱਕ ਇੱਕ ਤਾਂ ਤੁਸੀਂ ਲਿਆਉਣੀ ਹੈ। ਦੂਸਰੀ ਇੱਕ ਬੁੱਕ ਬਹੁਤ ਲਾਜ਼ਮੀ ਹੈ ਤੁਹਾਡੇ ਵਾਸਤੇ, BSTC ਪੰਜਾਬੀ ਦੀ ਬੁੱਕ, ਜਿਹੜੀ ਦੂਜੇ ਸਾਲ ਵਿੱਚ ਸਾਡੇ ਸਕੂਲਾਂ ਦੇ ਵਿੱਚ ਲੱਗਦੀ ਹੈ, ਜਿਹੜੀ ਬੁੱਕ SCERT ਵੱਲੋਂ ਛਾਪੀ ਜਾਂਦੀ ਹੈ, ਉਦੈਪੁਰ ਸੰਸਥਾਨ ਵੱਲੋਂ ਛਾਪੀ ਜਾਂਦੀ ਹੈ ਜੀ। BSTC ਪੰਜਾਬੀ ਦੀ ਪੁਸਤਕ ਉਹ ਤੁਸੀਂ ਪੜ੍ਹਨੀ ਹੈ। ਇਹ ਤਾਂ ਤੁਹਾਨੂੰ ਕਿਤੋਂ ਵੀ ਮਿਲ ਸਕਦੀ ਹੈ, ਗੰਗਾਨਗਰ ਦੇ ਵਿੱਚੋਂ ਮਿਲ ਜਾਵੇਗੀ, ਕੋਈ ਡਾਊਟ ਨਹੀਂ ਹੈ। ਹਾਂ, ਇਹ ਤੁਸੀਂ ਆਪਣੇ ਲੈਵਲ ਤੇ ਇਹ ਕਿਤਾਬਾਂ ਤੁਸੀਂ ਲਿਆ ਸਕਦੇ ਹੋ। ਤੇ ਹੁਣ ਦੇਖੋ ਜੀ, ਮੈਨੂੰ ਉਮੀਦ ਆ ਵੀ ਇਹ ਤੁਹਾਡੀਆਂ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ। ਤੇ ਆਹ ਦੇਖੋ ਜੀ, ਨੈਗੇਟਿਵ ਮਾਰਕਿੰਗ ਸ਼ੈਲ ਬੀ ਐਪਲੀਕੇਬਲ ਇਨ ਦਾ ਇਵੈਲੂਏਸ਼ਨ ਆਫ ਆਨਸਰ, ਮਤਲਬ ਨੈਗੇਟਿਵ ਮਾਰਕਿੰਗ ਹੈਗੀ ਹੈ, ਧਿਆਨ ਰੱਖਿਓ। ਵੈਸੇ ਹੀ ਮੈਨੂੰ ਪਤਾ ਹੀ ਹੈ ਵੀ ਤੁਹਾਨੂੰ ਵੀ ਪਤਾ ਇਸ ਗੱਲ ਦਾ, ਨੈਗੇਟਿਵ ਮਾਰਕਿੰਗ ਹੈਗੀ ਆ। ਅੱਛਾ, ਹੁਣ ਜੀ ਗੱਲਾਂ ਸਾਰੀਆਂ ਹੋ ਗਈਆਂ ਕਲੀਅਰ ਫਸਟ ਗ੍ਰੇਡ ਦੀਆਂ। ਤਾਂ ਇਹਦੇ ਵਿੱਚ ਨਾਲ ਨਾਲ ਆਪਾਂ ਪੁਸਤਕਾਂ ਦਾ ਵੀ ਕਰ ਲਿਆ। ਪੁਸਤਕਾਂ ਦਾ ਜਿਹੜਾ ਤੁਹਾਨੂੰ ਨਾਮ ਲਿਖਵਾਤੇ ਆ, ਇਸ ਤੋਂ ਬੈਸਟ ਪੁਸਤਕ ਹੁਣ ਤਾਂ ਤੁਹਾਨੂੰ ਇਹ ਵੀ ਦੱਸਤਾ ਵੀ ਕਿਹੜੀ ਪੁਸਤਕ ਦੇ ਵਿੱਚੋਂ ਕਿਹੜਾ ਟੌਪਿਕ ਤੁਹਾਨੂੰ ਸ਼ਾਨਦਾਰ ਮਿਲੂਗਾ। ਆ ਲੋਕ ਸਾਹਿਤ ਵਾਲਾ ਵੀ ਤੁਹਾਨੂੰ ਮੈਂ ਦੱਸਤਾ ਹੈ, ਸਰੂਪ ਅਤੇ ਵਰਗੀਕਰਨ, ਜਿਹੜਾ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਵਿੱਚ ਦਿੱਤਾ ਹੋਇਆ ਸਰੂਪ ਅਤੇ ਵਰਗੀਕਰਨ, ਇਹ ਵੀ ਸਾਡੇ ਬਲਵੀਰ ਸਿੰਘ ਪੂਨੀ ਵਾਲੀ ਪੁਸਤਕ ਹੈ ਜਿਹੜੀ ਲੋਕ ਸਾਹਿਤ, ਉਹਦੇ ਵਿੱਚੋਂ ਮਿਲ ਜੂਗਾ। ਬਲਵੀਰ ਸਿੰਘ ਪੂਨੀ ਵਾਲੀ ਪੁਸਤਕ ਦਾ ਨਾਮ ਦੇਖ ਲਓ ਦੁਬਾਰੇ, ਫਿਰ ਮੈਨੂੰ ਯਕੀਨ ਹੈ ਵੀ ਤੁਸੀਂ ਪੁਸਤਕਾਂ ਦੇ ਨਾਮ ਯਾਦ ਕਰ ਲਏ ਹੋਣੇ ਆ। ਹਾਂਜੀ, ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰ, ਇਹਦੇ ਵਿੱਚੋਂ ਲੋਕ ਸਾਹਿਤ ਸੰਬੰਧੀ, ਹੋਰ ਵੀ ਲੋਕ ਸਾਹਿਤ ਸੰਬੰਧੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ 9ਵੀਂ ਦੀ ਕਲਾਸ ਦੇ ਵਿੱਚ ਜੋ ਵੀ ਛੋਟਾ ਮੋਟਾ ਪੋਰਸ਼ਨ ਦਿੱਤਾ ਹੋਇਆ ਉਹ ਵੀ ਤੁਸੀਂ ਲਾਜ਼ਮੀ ਕਲੀਅਰ ਕਰ ਲਿਓ। ਹੁਣ ਇਹ ਜਿਹੜੀਆਂ ਇਹਦੇ ਸੰਬੰਧੀ, ਇੱਕ ਤਾਂ ਦੇਖੋ ਸਿਲੇਬਸ ਦੇ ਉੱਪਰ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਸੀ, ਇੱਕ ਤਾਂ ਵਿਦਿਆਰਥੀ ਸਿਲੇਬਸ ਤੋਂ ਜਾਣੂ ਹੋ ਜਾਣਗੇ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਸਿਲੇਬਸ ਦੇ ਵਿੱਚ ਕੀ ਪੜ੍ਹਨਾ ਹੈ, ਕਿੰਨਾ ਪੜ੍ਹਨਾ ਹੈ, ਇਹ ਸਾਨੂੰ ਟੌਪਿਕ ਕਿੱਥੋਂ ਮਿਲਣਗੇ।
ਇਸ ਗੱਲ ਦਾ ਇੱਕ ਤਾਂ ਤੁਹਾਨੂੰ ਸੈਟੀਸਫੈਕਸ਼ਨ ਹੋ ਗਿਆ। ਦੂਸਰੀ ਇਨਫੋਰਮੇਸ਼ਨ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੇ ਚੁੱਕਿਆ ਹਾਂ ਕਿ ਥੋੜ੍ਹਾ ਜਿਹਾ ਬਸ ਸਮਾਂ ਚਾਹੀਦਾ ਮੈਨੂੰ। ਐਪ ਦੇ ਵਿੱਚ ਇਹ ਜਿਹੜਾ ਪੋਰਸ਼ਨ ਹੈ ਇਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕਲੀਅਰ ਕਰਵਾ ਦਿੱਤਾ ਜਾਊਗਾ, ਪਰ ਉਸ ਤੋਂ ਪਹਿਲਾਂ ਕੀ ਹੋਣਾ ਚਾਹੀਦਾ, ਤੁਹਾਡੇ ਕੋਲੇ ਮੈਟਰ ਜ਼ਰੂਰੀ ਹੋਣਾ ਚਾਹੀਦਾ। ਅਗਰ ਪੂਰਾ ਮੈਟਰ, ਕਿਤਾਬਾਂ, ਬੁੱਕਸ ਵਗੈਰਾ, ਸਮੱਗਰੀ ਵਗੈਰਾ ਜਿਹੜੀ ਪੂਰੀ ਉਹ ਮਤਲਬ ਤੁਹਾਡੇ ਕੋਲੇ ਪੂਰੀ ਪ੍ਰੋਪਰ ਤਰੀਕੇ ਨਾਲ ਆ ਗਈ ਤਾਂ ਕਹਿਣਾ ਹੀ ਕੀ, ਉਹਨਾਂ ਟਾਈਮ ਤੁਹਾਡੇ ਕੋਲੇ ਹੈਗਾ। 9ਵੀਂ 10ਵੀਂ 11ਵੀਂ 12ਵੀਂ ਵਾਲੀਆਂ ਕਿਤਾਬਾਂ ਤੁਸੀਂ ਲਗਾਤਾਰ ਪੜ੍ਹਦੇ ਰਹੋ। BSTC ਵਾਲੀ ਬੁੱਕ ਵੀ ਤੁਹਾਨੂੰ ਨੇੜੇ ਅਵੇਲੇਬਲ ਹੋ ਜੂਗੀ। ਇਨ ਕੇਸ ਕੋਈ ਬੁੱਕ ਨਹੀਂ ਮਿਲ ਰਹੀ ਤਾਂ ਉਸ ਬੁੱਕ ਦਾ ਤੁਸੀਂ ਨਾਮ ਤੋਂ ਕਿਤੇ ਦੇਖ ਲਓ, ਐਮਾਜ਼ੋਨ ਵਗੈਰਾ ਤੇ ਸਰਚ ਕਰਕੇ ਸ਼ਾਇਦ ਮਿਲ ਜੇ ਤੁਹਾਨੂੰ, ਤਾਂ ਉਹ ਆਰਡਰ ਕਰ ਲਓ, ਤੁਸੀਂ ਡਿਲੀਵਰ ਹੋ ਸਕਦੀ ਹੈ, ਕੋਈ ਦਿੱਕਤ ਨਹੀਂ। ਸੋ ਇਹ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਵਿੱਚ ਰੱਖਣਾ। ਇਹ ਸੀ ਆਪਣਾ ਸਿਲੇਬਸ, ਤੇ ਬਸ ਥੋੜ੍ਹੇ ਸਮੇਂ ਬਾਅਦ ਹੀ ਆਪਾਂ ਛੇਤੀ ਤੋਂ ਛੇਤੀ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਾਂ ਐਪ ਦੇ ਵਿੱਚ ਇਹ ਸਾਰੇ ਸਿਲੇਬਸ ਦੀ ਵਿਆਖਿਆ ਨੂੰ ਲੈ ਕੇ ਜਲਦੀ ਮਿਲਾਂਗੇ। ਸਤਿ ਸ੍ਰੀ ਅਕਾਲ।